ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 84 ਤੇ ਹੇਠੋਂ ਪੰਜਵੀਂ ਪੰਕਤੀ ਹੈ। ਮਹਿਲਾ ਤੀਜਾ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਨਾਨਕ ਵਿਨ ਨਾਵੇਂ ਕੋ ਥਿਰ ਨਹੀਂ, ਪੜ੍ਹ ਪੜ੍ਹ ਹੋਏ ਖੁਆਰ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਹਨ, ਹੋਰ ਕੂੜ ਪੜ੍ਹਨਾ, ਕੂੜ ਬੋਲਣਾ। ਇੱਥੇ ਹੋਰ ਤੋਂ ਪਾਵੇ ਪਰਮਾਤਮਾ ਤੋਂ ਬਿਨਾਂ। ਪਰਮਾਤਮਾ ਤੋਂ ਬਿਨਾਂ ਜੋ ਹੋਰ ਅਸੀਂ ਪੜ੍ਹ ਰਹੇ ਹਾਂ ਜਾਂ ਜੋ ਬੋਲ ਰਹੇ ਹਾਂ, ਇਹ ਸਭ ਕੂੜ ਹੈ, ਇਹ ਵਿਅਰਥ ਹੈ। ਇਹਦੀ ਨਿਸ਼ਾਨੀ ਕੀ ਹੈ? ਮਾਇਆ ਨਾਲ ਪਿਆਰ। ਜਿਹਦਾ ਮਾਇਆ ਨਾਲ ਪਿਆਰ ਹੁੰਦਾ ਉਹ ਰੱਬ ਨੂੰ ਪਿਆਰ ਨਹੀਂ ਕਰਦਾ। ਇਸ ਲਈ ਜੋ ਪੜ੍ਹ ਰਿਹਾ ਹੈ ਉਹ ਵੀ ਕੂੜ, ਅਤੇ ਜੋ ਬੋਲ ਰਿਹਾ ਉਹ ਵੀ ਕੂੜ। ਨਾਨਕ ਵਿਨ ਨਾਵੇਂ ਕੋ ਥਿਰ ਨਹੀਂ। ਨਾਮ ਤੋਂ ਬਿਨਾਂ ਕੋਈ ਅਡੋਲ ਨਹੀਂ ਰਹਿ ਸਕਦੇ। ਮਨ ਡੋਲਦਾ ਰਹਿੰਦਾ ਬੰਦੇ ਦਾ। ਪੜ੍ਹ ਪੜ੍ਹ ਹੋਏ ਖੁਆਰ। ਅਤੇ ਮਾਇਆ ਬਾਰੇ ਗੱਲਾਂ ਪੜ੍ਹ ਪੜ੍ਹ ਕੇ ਮਨੁੱਖ ਖੁਆਰ ਹੁੰਦਾ ਹੈ। ਪਰਮਾਤਮਾ ਤੋਂ ਬਿਨਾਂ ਜੋ ਕੁਝ ਵੀ ਮਨੁੱਖ ਪੜ੍ਹ ਰਿਹਾ ਉਹਨੂੰ ਪੜ੍ਹ ਕੇ ਖੁਆਰ ਹੁੰਦਾ ਹੈ। ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਉ ਹੈ ਧਰਮ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਕਹਿੰਦੇ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਹਰੀ ਦਾ ਕੀਰਤਨ ਕਰਨਾ ਇਹ ਹਰੀ ਦੀ ਵਡਿਆਈ ਕਰਨਾ, ਇਹ ਹਰੀ ਦੀ ਵੱਡੀ ਵਡਿਆਈ ਹੈ। ਜਿਹੜਾ ਬੰਦਾ ਕੀਰਤਨ ਕਰ ਰਿਹਾ ਹੈ, ਇੱਕ ਤੇ ਕੀਰਤਨ ਹੁੰਦਾ ਹੈ ਜਿਸ ਦੇ ਪਿੱਛੇ ਮਾਇਆ ਮਿਲਦੀ ਹੈ। ਕੋਈ ਕੀਰਤਨ ਕਰ ਰਿਹਾ ਮਾਇਆ ਦੀ ਖਾਤਰ, ਉਹਨੂੰ ਫਿਰ ਫਲ ਵੀ ਉਹੋ ਜਿਹੀ ਮਿਲਦਾ, ਮਾਇਆ ਮਿਲਣੀ। ਇੱਕ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਕੀਰਤਨ ਕਰ ਰਿਹਾ ਹੈ, ਇਹ ਕਹਿੰਦਾ ਇਹ ਬਹੁਤ ਵੱਡੀ ਵਡਿਆਈ ਕਰਨਾ ਰੱਬ ਦੀ। ਪਰਮਾਤਮਾ ਦਾ ਕੀਰਤਨ ਕਰਨਾ, ਉਹਦੀ ਬਾਣੀ ਦਾ ਕੀਰਤਨ ਕਰਨਾ, ਇਹ ਹਰੀ ਦੀ ਬਹੁਤ ਵੱਡੀ ਵਡਿਆਈ ਕਰਨਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਉ ਹੈ ਧਰਮ ਕਾ। ਪਰਮਾਤਮਾ ਦੀ ਵਡਿਆਈ ਇਸ ਵਿੱਚ ਵੀ ਜ਼ਿਆਦਾ ਹੈ ਕਿ ਉਹ ਨਿਆਂ ਜੋ ਕਰਦਾ ਧਰਮ ਅਨੁਸਾਰ ਕਰਦਾ। ਉਹ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ, ਉਹ ਧਰਮ ਦੇ ਅਨੁਸਾਰ ਨਿਆਂ ਕਰਦਾ ਹੈ। ਇਸ ਲਈ ਇਹ ਵੀ ਉਹਦੀ ਵੱਡੀ ਵਡਿਆਈ ਹੈ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਜਿਹੜਾ ਮਨੁੱਖ ਪਰਮਾਤਮਾ ਦੀ ਵਡਿਆਈ ਕਰਦਾ ਹੈ, ਇਸ ਜਿੰਦ ਨੂੰ, ਉਹਦੀ ਆਤਮਾ ਨੂੰ ਉਹਦਾ ਫਲ ਮਿਲਦਾ ਹੈ। ਇਸ ਲਈ ਇਹ ਵੀ ਪਰਮਾਤਮਾ ਦੀ ਵਡਿਆਈ ਹੈ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿ ਚੁਗਲ ਕਾ। ਸੰਤਾਂ ਮਹਾਤਮਾ ਦੇ ਵਿਰੁੱਧ, ਭਗਤਾਂ ਦੇ ਵਿਰੁੱਧ, ਗੁਰੂਆਂ ਦੇ ਵਿਰੁੱਧ ਚੁਗਲੀਆਂ ਕਰਨੀਆਂ, ਨਿੰਦਿਆ ਕਰਨੀ। ਉਹਨਾਂ ਦੀ ਚੁਗਲੀ ਨਿੰਦਿਆ ਪਰਮਾਤਮਾ ਸੁਣਦਾ ਹੀ ਨਹੀਂ ਹੈ। ਇਹ ਵੀ ਪਰਮਾਤਮਾ ਦੀ ਵਡਿਆਈ ਹੈ ਵੀ ਚੁਗਲਾਂ ਦੀ ਨਿੰਦਿਆ ਨਹੀਂ ਸੁਣਦਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਇਹ ਵੀ ਉਹਦੀ ਵਡਿਆਈ ਹੈ ਕਿ ਬਿਨਾਂ ਪੁੱਛਿਆ ਹੀ ਲੋਕਾਂ ਨੂੰ ਦਾਤਾਂ ਦੇ ਰਿਹਾ ਹੈ, ਦਾਨ ਦੇ ਰਿਹਾ, ਦਾਤਾ ਦੇ ਰਿਹਾ। ਇਹ ਵੀ ਕਹਿੰਦੇ ਦੀ ਵਡਿਆਈ ਵੱਡੀ ਹੈ। ਸ਼ਲੋਕ ਮਹਿਲਾ ਤੀਜਾ।
ਹੋਂ ਕਰਤੀ ਸਭ ਮੁਈ, ਸੰਪੋ ਕਿਸੇ ਨਾ ਨਾਲ, ਦੂਜੈ ਭਾਏ ਦੁਖ ਪਾਇਆ, ਸਭ ਜੋ ਹੀ ਜਮ ਕਾਲ, ਨਾਨਕ ਗੁਰਮੁਖ ਉਭਰੇ, ਸਾਚਾ ਨਾਮ ਸੰਭਾਲ। ਮੰਮੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ, ਜਿਹਨੂੰ ਆਪਾਂ ਪੰਜਾਬੀ ਕਿਹਾ ਸੰਭਾਲ, ਸਾਚਾ ਨਾਮ ਸੰਭਾਲ। ਹੋਂ ਕਰਤੀ ਸਭ ਮੁਈ, ਸਾਰੇ ਲੋਕ ਹੰਕਾਰ ਕਰਕੇ ਮਰ ਗਏ। ਧਨ ਦਾ ਹੰਕਾਰ ਕਰਦਾ, ਸੰਪਤੀ ਦਾ ਹੰਕਾਰ ਕਰਦਾ ਹੈ। ਸੰਪੋ ਕਿਸੇ ਨਾਲ, ਪਰ ਇਹ ਧਨ ਦੌਲਤ ਕਿਸੇ ਦੇ ਨਾਲ ਨਹੀਂ ਜਾਂਦੇ। ਬੰਦਾ ਇਹਦਾ ਹੰਕਾਰ ਕਰਦਾ ਕਰਦਾ ਹੀ ਮਰ ਜਾਂਦਾ ਹੈ। ਦੂਜੇ ਭਾਏ ਦੁੱਖ ਪਾਇਆ, ਦੂਜੇ ਭਾਏ ਹੁੰਦਾ ਮਾਇਆ ਨੂੰ ਪਿਆਰ ਕਰਨਾ। ਜਿਹੜਾ ਮਨੁੱਖ ਪਰਮਾਤਮਾ ਨੂੰ ਪਿਆਰ ਨਹੀਂ ਕਰਦਾ, ਮਾਇਆ ਨੂੰ ਪਿਆਰ ਕਰਦਾ, ਉਹ ਦੁੱਖ ਪਾਉਂਦਾ। ਸਭ ਜੋ ਹੀ ਜਮਕਾਰ, ਇਹਨਾਂ ਸਾਰਿਆਂ ਨੂੰ ਫਿਰ ਜਮ ਜਿਹੜਾ ਹੈ, ਮੌਤ ਦਾ ਜਮ, ਉਹ ਤਾੜ ਰਿਹਾ ਹੈ ਵੀ ਕਦੋਂ ਮੇਰੇ ਅੜਿੱਕੇ ਆਉਣ ਅਤੇ ਇਹਨਾਂ ਨੂੰ ਚੱਕਰ ਜਾਵਾਂ। ਜੋ ਹੀ ਹੁੰਦਾ ਭੈੜੀ ਨਜ਼ਰ ਨਾਲ ਵੇਖਣਾ, ਭੈੜੀ ਭਾਵਨਾ ਨਾਲ ਕਿਸੇ ਨੂੰ ਵੇਖਣਾ, ਉਹਨੂੰ ਕਹਿੰਦੇ ਜੋ ਹੈ। ਸੋ ਮੌਤ ਕਾਲ ਦਾ ਜਿਹੜਾ ਜਮ ਹੈ, ਉਹਨਾਂ ਨੂੰ ਤਾੜਦਾ ਰਹਿੰਦਾ। ਉਹ ਰੱਬ ਨੂੰ ਪਿਆਰ ਨਹੀਂ ਕਰਦੇ, ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਪਿਆਰ ਕਰਦੇ ਨੇ, ਇਸ ਲਈ ਦੁੱਖ ਪਾਉਂਦੇ ਨੇ। ਨਾਨਕ ਗੁਰਮੁਖ ਉਭਰੇ, ਸਾਚਾ ਨਾਮ ਸੰਭਾਲ। ਜਿਹੜੇ ਗੁਰਮੁਖ ਹੁੰਦੇ ਨੇ, ਦੋ ਪ੍ਰਕਾਰ ਦੇ ਮਨੁੱਖ ਗੁਰਬਾਣੀ 'ਚ ਗਿਣੇ ਨੇ, ਇੱਕ ਗੁਰਮੁਖ, ਇੱਕ ਮਨਮੁਖ। ਗੁਰਮੁਖ ਹੁੰਦੇ ਨੇ ਜਿਹੜੇ ਗੁਰੂ ਦੇ ਆਖੇ ਲੱਗਦੇ ਨੇ, ਮਨਮੁਖ ਹੁੰਦੇ ਨੇ ਜਿਹੜੇ ਮਨਮਰਜ਼ੀ ਕਰਦੇ ਨੇ। ਗੁਰਮੁਖ ਇਸ ਲਈ ਬਚ ਗਏ, ਉਭਰੇ ਮਨੇ ਬਚ ਗਏ ਮਾਇਆ ਦੇ ਪ੍ਰਭਾਵ ਤੋਂ, ਜਮਾਂ ਦੀ ਛੋਹ ਤੋਂ। ਉਹ ਇਸ ਲਈ ਬਚ ਗਏ ਸਾਚਾ ਨਾਮ ਸੰਭਾਲ, ਕਿਉਂਕਿ ਪਰਮਾਤਮਾ ਦੇ ਨਾਮ ਨੂੰ ਯਾਦ ਕਰਦੇ ਰਹਿੰਦੇ ਨੇ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਉਹ ਜਮਦੂਤਾਂ ਤੋਂ ਬਚ ਜਾਂਦਾ ਹੈ। ਮਹਿਲਾ ਪਹਿਲਾ। ਗੱਲੀ ਅਸੀਂ ਚੰਗੀਆਂ, ਆਚਾਰੀ, ਰਾਰਨ ਬਿਹਾਰੀ ਬਿੰਦੀ ਲਾ ਕੇ ਬੋਲਣਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਬੁਰੀਆਂ ਆੜੇ ਨੂੰ ਕੰਨਾ ਬਿੰਦੇ। ਮਨੋ ਹਾਹੇ ਤੇ ਟਿੱਪੀ, ਕੁਸ਼ੁੱਦਾਂ ਸੱਸੇ ਪੈਰ 'ਚ ਬਿੰਦੀ ਤਦੇ ਨੂੰ ਕੰਨਾ ਬਿੰਦੇ। ਮਨੋ ਕੁਸ਼ੁੱਦਾਂ ਕਾਲੀਆਂ, ਕਾਲੀਆਂ ਲੱਲੇ ਦੇ ਪੈਰ 'ਚ ਬਿੰਦੀ ਅਤੇ ਆੜੇ ਨੂੰ ਕੰਨਾ ਬਿੰਦੀ ਲਾ ਕੇ ਬਣਨੀ, ਤਾਂ ਕਾਲੀਆਂ ਹੋ ਜਾਏਗਾ। ਇਹ ਕਾਲੀਆਂ ਹੋ ਜਾਏਗਾ, ਨਹੀਂ ਤਾਂ ਕਾਲੀਆਂ ਪੜ੍ਹਨਾ। ਉਹ ਬੰਦਾ ਕਾਲਾ ਹੈ, ਜੇ ਲੱਲੇ ਪੈਰ ਬਿੰਦੀ ਲਾ ਕੇ ਉਹ ਬੰਦਾ ਕਾਲਾ ਹੈ। ਆਪਾਂ ਕਹਿੰਦੇ ਕਾਲਾ ਬਲੈਕ, ਇਸ ਲਈ ਕਾਲੀਆਂ। ਮਨੋ ਕੁਸ਼ੁੱਦਾਂ ਕਾਲੀਆਂ, ਬਾਹਰ ਚਿਟਵੀਆਂ, ਰੀਸਾਂ ਕਰੇ ਤਨਾੜੀਆਂ, ਜੋ ਸੇਵੇਂ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੇ ਸੁਖ ਰਲੀਆਂ, ਹੁੰਦੈ ਤਾਣ ਨਿਤਾਣੀਆਂ, ਰਹਿ ਨਿਮਾਨਣੀਆਂ। ਨਾਨਕ ਜਨਮ ਸਕਾਰਥਾ, ਜੇ ਤਿਨ ਕੈ ਸੰਗ ਮਿਲਾਂ। ਫਿਰ ਸੁਣ ਲਓ ਜਰਾ, ਇਸ ਸ਼ਬਦ ਨੂੰ ਦੁਬਾਰਾ ਸੁਣ ਲਓ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸ਼ੁੱਦਾਂ ਕਾਲੀਆਂ, ਬਾਹਰ ਚਿਟਵੀਆਂ, ਰੀਸਾਂ ਕਰਨ ਤਨਾੜੀਆਂ, ਜੋ ਸੇਵੇ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੇ ਸੁਖ ਰਲੀਆਂ, ਹੁੰਦੈ ਤਾਣ ਨਿਤਾਣੀਆਂ, ਰਹਿ ਨਿਮਾਨਣੀਆਂ। ਨਾਨਕ ਜਨਮ ਸਕਾਰਥਾ,
ਜੇ ਤਿਨ ਕੈ ਸੰਗ ਮਿਲਾਂ। ਗੁਰੂ ਨਾਨਕ ਦੇਵ ਫਰਮਾਨ ਕਰਦੇ ਨੇ, ਗੱਲਾਂ ਹੀ ਅਸੀਂ ਚੰਗੀਆਂ। ਬਈ ਗੱਲਾਂ ਬਾਤਾਂ ਕਿਰੇ ਅਸੀਂ ਚੰਗੀਆਂ ਜੀ, ਲੋਕਾਂ ਨੂੰ ਐਸ਼ੋ ਕਰਦੇ ਅਸੀਂ ਬੜੇ ਚੰਗੇ ਹਾਂ ਜੀ। ਆਚਾਰੀ ਬੁਰੀਆਂ, ਪਰ ਕੰਮ ਵੱਲ ਅਸੀਂ ਖੋਟੀਆਂ ਹਾਂ, ਬੁਰੀਆਂ ਹਾਂ। ਜਿਹੜੇ ਸਾਡੇ ਕੰਮ ਨੇ ਉਹਨਾਂ ਵੱਲ ਅਸੀਂ ਬੁਰੀਆਂ, ਉਂਝ ਗੱਲਾਂ ਬਾਤਾਂ 'ਚ ਅਸੀਂ ਚੰਗੀਆਂ। ਕਈ ਮਨੁੱਖ ਗੱਲਾਂ ਬਾਤਾਂ 'ਚ ਐਂ ਲੱਗਦਾ ਬੜੇ ਚੰਗੇ ਨੇ, ਜਦੋਂ ਪੈਂਦਾ ਵਾਹ ਫਿਰ ਪਤਾ ਲੱਗਦਾ। ਜਿਹਨੇ ਤੁਹਾਡੇ ਤੋਂ ਮੰਨ ਲਓ ਉਧਾਰ ਲੈਣਾ ਜਾਂ ਤੁਹਾਨੂੰ ਕੋਈ ਧੋਖਾ ਦੇਣਾ, ਉਹ ਬਾਹਰੋਂ ਬੜਾ ਚੰਗਾ ਲੱਗਦਾ, ਬੜਾ ਚੰਗੀਆਂ ਚੰਗੀਆਂ ਗੱਲਾਂ ਕਰਦਾ, ਬੜੀਆਂ ਪਿਆਰ ਦੀਆਂ ਗੱਲਾਂ ਕਰਦਾ, ਤੁਹਾਡੇ ਮਨ ਨੂੰ ਮੋਹ ਲੈਂਦਾ ਅਤੇ ਬਸ ਫਿਰ ਤੁਹਾਨੂੰ ਠੱਗ ਦਿੰਦਾ। ਕਿਉਂ? ਆਚਾਰੀ ਬੁਰੀਆਂ, ਉਹ ਕੰਮਾਂ ਕਰਕੇ ਮਾੜੀਆਂ ਨੇ, ਗੱਲਾਂ ਠੀਕ ਵਧੀਆ ਨੇ। ਮਨੋ ਕੁਸ਼ੁੱਧਾਂ ਕਾਲੀਆਂ, ਮਨ ਦੀਆਂ ਖੋਟੀਆਂ ਨੇ। ਸ਼ੁੱਧ ਖਰੇ ਨੂੰ ਕਹਿੰਦੇ ਨੇ, ਕੁਸ਼ੁੱਧ ਖੋਟੇ ਨੂੰ ਕਹਿੰਦੇ ਨੇ। ਮਨੋ ਕੁਸ਼ੁੱਧਾਂ ਕਾਲੀਆਂ, ਮਨ ਦੀਆਂ ਖੋਟੀਆਂ ਨੇ, ਮਨ ਦੀਆਂ ਕਾਲੀਆਂ ਨੇ। ਬਾਹਰ ਚਿਟਵੀਆਂ, ਬਾਹਰੋਂ ਚਿੱਟੀਆਂ ਨੇ, ਬਾਹਰੋਂ ਚਿੱਟੀਆਂ। ਬਗਲੇ ਬਾਹਰੋਂ ਚਿੱਟੇ ਹੁੰਦੇ ਨੇ, ਮਨ ਦੇ ਕਾਲੇ ਹੁੰਦੇ ਨੇ। ਚਿੱਟਾ ਸ਼ਰਾਫਤ ਦੀ ਨਿਸ਼ਾਨੀ ਹੁੰਦੀ ਵੀ ਬੜਾ ਸਾਫ਼ ਦਿਲ ਹੈ ਜੀ। ਇਹ ਚਿੱਟੇ ਕੱਪੜੇ ਜਿਹਨੇ ਪਾਏ ਨੇ ਉਹ ਅਗਲਾ ਕਹਿੰਦਾ ਇਹ ਬੜਾ ਸਾਫ਼ ਦਿਲ ਹੈ ਜੀ। ਜਦੋਂ ਕਰਦਾ ਦੂਜੇ ਨਾਲ ਠੱਗੀ, ਅਗਲਾ ਕਹਿੰਦਾ ਨਹੀਂ ਯਾਰ ਮਨ ਦੇ ਤਾਂ ਕਾਲੇ ਨੇ, ਇਹ ਬਾਹਰੋਂ ਚਿੱਟੇ ਨੇ, ਬਗਲੇ ਨੇ, ਬਗਲੇ। ਸੋ ਮਨ ਦੀਆਂ ਉਹ ਖੋਟੀਆਂ ਨੇ, ਕਾਲੀਆਂ ਨੇ, ਬਾਹਰੋਂ ਚਿੱਟੀਆਂ। ਰੀਸਾਂ ਕਰੇ ਤਿਨਾੜੀਆਂ, ਉਹ ਉਹਨਾਂ ਦੀਆਂ ਰੀਸਾਂ ਕਰਦੀਆਂ ਨੇ ਜੋ ਸੇਵਹਿ ਦਰ ਖੜੀਆਂ, ਜਿਹੜੀਆਂ ਪਰਮਾਤਮਾ ਦੇ ਦਰ 'ਤੇ ਖਲੋ ਕੇ ਪਰਮਾਤਮਾ ਦਾ ਨਾਮ ਜਪਦੀਆਂ। ਸੇਵਹਿ ਨਾਮ ਜਪਦੀਆਂ ਹਨ। ਨਾਲ ਖਸਮੈ ਰਤੀਆਂ, ਉਹਨਾਂ ਦਾ ਖਸਮ ਹੁੰਦਾ ਪਰਮਾਤਮਾ, ਉਹ ਪਰਮਾਤਮਾ ਦੇ ਰੰਗ 'ਚ ਰੰਗੀਆਂ ਰਹਿੰਦੀਆਂ ਹਨ। ਮਾਣੇ ਸੁਖ ਰਲੀਆਂ, ਅਤੇ ਸੁਖ ਮਾਣਦੀਆਂ, ਮੌਜਾਂ ਮਾਣਦੀਆਂ ਨੇ, ਕਿਉਂਕਿ ਆਪਣੇ ਪ੍ਰਭੂ ਪਤੀ ਦੇ ਨਾਲ ਉਹਨਾਂ ਦਾ ਪਿਆਰ ਹੈ। ਇਸ ਕਰਕੇ ਪਰਮਾਤਮਾ ਦੇ ਸਾਨੂੰ ਪਿਆਰ ਕਰਦੇ ਹੀ ਕਰਦਾ, ਅਸੀਂ ਨਹੀਂ ਉਹਨੂੰ ਕਰਦੇ। ਜਦੋਂ ਅਸੀਂ ਉਹਨਾਂ ਨੂੰ ਪਰਮਾਤਮਾ ਪਿਆਰ ਕਰਨ ਲੱਗ ਜਾਏ ਬਸ ਮੌਜਾਂ ਹੀ ਮੌਜਾਂ ਨੇ, ਕਿਉਂਕਿ ਅਸੀਂ ਉਹਨਾਂ ਦੇ ਪਿਆਰ 'ਚ ਰੰਗੀਆਂ ਜਾਵਾਂਗੇ। ਉਹ ਸਾਡਾ ਮਾਲਕ ਹੈ, ਅਸੀਂ ਮੌਜਾਂ ਕਰਾਂਗੇ। ਹੁੰਦਾ ਤਾਣ ਨਿਤਾਣੀਆਂ, ਤਾਕਤ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਰਹਿੰਦੀਆਂ ਜਿਵੇਂ ਉਹਨਾਂ 'ਚ ਤਾਕਤ ਨਹੀਂ ਹੈ। ਰਹਿਣ ਨਿਮਾਨਣੀਆਂ, ਅਤੇ ਬਿਨਾਂ ਮਾਣ ਦੇ, ਕੋਈ ਹੰਕਾਰ ਨਹੀਂ ਉਹ ਕਰਦੀਆਂ, ਨਿਮਾਣਿਆਂ ਦੀ ਤਰ੍ਹਾਂ ਰਹਿੰਦੀਆਂ ਨੇ। ਨਾਨਕ ਜਨਮ ਸਕਾਰਥਾ, ਸਕਾਰਥਾ ਹੁੰਦਾ ਲਾਭਦਾਇਕ, ਸਫਲਾ। ਹੇ ਪਰਮਾਤਮਾ ਮੇਰਾ ਜਨਮ ਸਫਲਾ ਹੋ ਜਾਵੇਗਾ ਜੇ ਤਿੰਨ ਕੈ ਸੰਗ ਮਿਲਾਂ, ਜੇ ਮੈਂ ਉਹਨਾਂ ਦੀ ਸੰਗਤ 'ਚ ਮਿਲ ਜਾਵਾਂ। ਜਿਹੜੇ ਮਨ ਦੀਆਂ ਸਾਫ਼ ਨੇ, ਕਰਮਾਂ ਦੀਆਂ ਚੰਗੀਆਂ ਨੇ, ਜੋ ਪਰਮਾਤਮਾ ਦਾ ਨਾਮ ਜਪਦੀਆਂ ਨੇ, ਜੋ ਆਪਣੇ ਖਸਮ ਦੇ ਪਿਆਰ 'ਚ ਰੰਗੀਆਂ ਹੋਈਆਂ ਨੇ, ਜਿਨ੍ਹਾਂ 'ਚ ਤਾਕਤ ਹੈ ਪਰ ਸ਼ੋਅ ਨਹੀਂ ਕਰਦੇ, ਨਿਮਾਣੇ ਤਰ੍ਹਾਂ ਰਹਿੰਦੀਆਂ ਨੇ, ਇਹੋ ਜਿਹੀਆਂ ਦੇ ਨਾਲ ਜੇ ਮੈਨੂੰ ਸੰਗਤ ਮਿਲ ਜਾਵੇ ਨਾ, ਮੇਰਾ ਜਨਮ ਸਕਾਰਥ ਹੋ ਜਾਏਗਾ, ਸਫਲ ਹੋ ਜਾਏਗਾ। ਭਾਵ ਜਿਹੜਾ ਮਨੁੱਖ ਚੰਗਿਆਂ ਦੀ ਸੰਗਤ ਕਰਦਾ ਉਹਦਾ ਜੀਵਨ ਸਫਲ ਹੋ ਜਾਂਦਾ। ਬੰਦਾ ਚੰਗਾ ਵੀ ਹੋਵੇ ਅਤੇ ਨਾਮ ਜਪਣ ਵਾਲਾ ਵੀ ਹੋਵੇ, ਉਸ 'ਚ ਦੋ ਗੁਣ ਚਾਹੀਦੇ ਨੇ। ਇਹੋ ਜਿਹੇ ਬੰਦੇ ਦੀ ਸੰਗਤ ਕਰੀਦੀ। ਕਈ ਨਾਮ ਤੇ ਜਪਦੇ ਨੇ, ਬਾਣੀ 'ਤੇ ਪੜ੍ਹਦੇ ਨੇ, ਉਂਝ ਚੰਗੇ ਨਹੀਂ ਹੁੰਦੇ। ਕਈ ਚੰਗੇ ਤੇ ਹੁੰਦੇ ਨੇ ਪਰ ਨਾਮ ਨਹੀਂ ਜਪਦੇ। ਸਿੱਖ ਨੇ ਨਿਰੇ ਚੰਗੇ ਦੀ ਸੰਗਤ ਨਹੀਂ ਕਰਨੀ, ਉਸ ਚੰਗੇ ਦੀ ਸੰਗਤ ਕਰਨੀ ਹੈ ਜਿਹੜਾ ਨਾਮ ਵੀ ਜਪਦਾ ਹੈ। ਕਿਉਂਕਿ ਸਾਡੀ ਜ਼ਿੰਦਗੀ ਦਾ ਮੁੱਖ ਉਦੇਸ਼ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ।
ਉਹ ਦੋ ਗੱਲਾਂ ਨਾਲ ਪ੍ਰਾਪਤ ਹੁੰਦਾ ਹੈ। ਇੱਕ ਅਸੀਂ ਚੰਗੇ ਕੰਮ ਕਰੀਏ, ਦੂਜਾ ਨਾਮ ਜਪੀਏ। ਜੇ ਚੰਗੇ ਕੰਮ ਕਰਨ ਵਾਲਿਆਂ ਅਤੇ ਨਾਮ ਜਪਣ ਵਾਲਿਆਂ ਦੀ ਅਸੀਂ ਸੰਗਤ ਕਰਾਂਗੇ ਤਾਂ ਕੁਦਰਤੀ ਗੱਲ ਅਸੀਂ ਵੀ ਚੰਗੇ ਕੰਮ ਕਰਾਂਗੇ ਅਤੇ ਨਾਮ ਜਪਾਂਗੇ, ਅਤੇ ਫਿਰ ਸਾਡਾ ਜੀਵਨ ਸਫਲ ਹੋ ਜਾਏਗਾ। ਪੌੜੀ। ਤੂੰ ਆਪੇ ਜਲ ਮੀਨਾ ਹੈ ਆਪੇ, ਕਿਉਂਕਿ ਤੂੰ ਆ ਗਿਆ। ਤੂੰ ਜਾਂਦਾ ਹੈ ਆਪਾਂ ਕਹਿੰਦੇ, ਤੂੰ ਰੋਟੀ ਖਾਂਦਾ ਹੈ ਕਹਿੰਦੇ, ਇਸ ਲਈ ਤੂੰ ਆਪੇ ਜਲ ਮੀਨਾ ਹੈ ਆਪੇ। ਆਪੇ ਆਪ ਜਾਲ, ਆਪੇ ਹੀ ਆਪ ਜਾਲ। ਤੂੰ ਆਪੇ ਜਾਲ ਵਤਾਇਂਦਾ, ਆਪੇ ਵਿੱਚ ਸੇਵਾਲ। ਤੂੰ ਆਪੇ ਕਮਲ ਅਲਿਪਤ ਹੈ, ਸੈ ਹੱਥਾਂ ਵਿੱਚ ਗੁਲਾਲ। ਤੂੰ ਆਪੇ ਮੁਕਤ ਕਰਾਇਂਦਾ, ਇੱਕ ਨਿਮਖ ਘੜੀ ਕਰ ਖਿਆਲ। ਹਰ ਤੁਧੋਂ ਤੇਰੇ ਤੂੰ, ਜਦੋਂ ਇਸ ਤਰ੍ਹਾਂ ਤੂੰ ਅਰਥ ਆਉਂਦਾ ਹੋਵੇ ਫਿਰ ਟਿੱਪੀ ਨਾਲ ਪੜੀਦਾ, ਜਿਵੇਂ ਸਕੂਲੋਂ ਭਾਵ ਸਕੂਲ ਤੋਂ, ਘਰੋਂ ਘਰ ਤੋਂ, ਦਫ਼ਤਰੋਂ ਦਫ਼ਤਰ ਤੋਂ, ਤੁਧੋਂ ਤੇਰੇ ਤੋਂ। ਹਰ ਤੁਧੋਂ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ। ਪੌੜੀ 'ਚ ਗੁਰੂ ਮਹਾਰਾਜ ਫਰਮਾਨ ਕਰਦੇ ਨੇ, ਤੂੰ ਆਪੇ ਜਲ, ਤੂੰ ਆਪ ਹੀ ਪਾਣੀ ਹੈ। ਮੀਨਾ ਹੈ ਆਪੇ, ਤੂੰ ਆਪ ਹੀ ਮੱਛੀ ਹੈ। ਮੀਨਾ ਮੱਛੀ ਨੂੰ ਕਹਿੰਦੇ। ਤੂੰ ਆਪੇ ਹੀ ਪਾਣੀ ਹੈ, ਆਪੇ ਹੀ ਮੱਛੀ ਹੈ, ਆਪੇ ਹੀ ਵਿੱਚ ਜਾਲ। ਅਤੇ ਮੱਛੀਆਂ ਫੜਨ ਵਾਲਾ ਜਿਹੜਾ ਜਾਲ ਹੈ ਉਹ ਵੀ ਤੂੰ ਹੀ ਹੈ, ਤੂੰ ਹੀ। ਤੂੰ ਆਪੇ ਜਾਲ ਵਤਾਇਂਦਾ, ਵਤਾਇਂਦਾ ਹੁੰਦਾ ਜਾਲ ਸੁੱਟਣਾ ਪਾਣੀ 'ਚ, ਵਿਛਾਉਣਾ ਜਾਲ। ਤੂੰ ਆਪੇ ਹੀ ਪਾਣੀ 'ਚ ਜਾਲ ਵਿਛਾਉਂਦਾ ਹੈ। ਆਪੇ ਵਿੱਚ ਸੇਵਾਲ, ਸੇਵਾਲ ਹੁੰਦਾ ਜਾਲਾ। ਪਾਣੀ ਦੇ ਉੱਤੇ ਜਿਹੜਾ ਜਾਲਾ ਆ ਜਾਂਦਾ ਹੈ ਉਹਨੂੰ ਡੱਡੂ ਮੱਛੀਆਂ ਖਾਂਦੇ ਨੇ। ਸੋ ਜਾਲਾ ਵੀ ਤੂੰ ਆਪ ਹੀ ਹੈ। ਤੂੰ ਆਪੇ ਕਮਲ ਅਲਿਪਤ ਹੈ, ਅਤੇ ਨਿਰਲੇਪ ਕਮਲ ਵੀ ਤੂੰ ਹੀ ਹੈ। ਕਮਲ ਹੁੰਦਾ ਤਾਂ ਪਾਣੀ 'ਚ ਹੈ, ਪਰ ਉਹਦਾ ਫੁੱਲ ਹਮੇਸ਼ਾ ਪਾਣੀ ਤੋਂ ਬਾਹਰ ਰਹਿੰਦਾ। ਜਿਵੇਂ ਅਸੀਂ ਰਹੀਏ ਗ੍ਰਸਥ ਵਿੱਚ ਪਰ ਮੋਹ ਤੋਂ ਉੱਪਰ ਰਹੀਏ, ਉਹ ਅਸੀਂ ਕਮਲ ਫੁੱਲ ਦੀ ਤਰ੍ਹਾਂ ਰਹਾਂਗੇ। ਜੇ ਅਸੀਂ ਰਹਿ ਰਹੇ ਗ੍ਰਸਥੀ ਅਤੇ ਚੋਰਾਂ ਡਾਕੂ ਲਟੇਰਿਆਂ ਠੱਗਾਂ ਬਦਮਾਸ਼ੀ ਤਰ੍ਹਾਂ ਰਹਿੰਦੇ ਹਾਂ ਤਾਂ ਅਸੀਂ ਨਿਰਲੇਪ ਨਹੀਂ, ਅਸੀਂ ਕਮਲ ਨਹੀਂ ਹਾਂ। ਕਮਲ ਫੁੱਲ ਦੀਆਂ ਤਿੰਨ ਖੂਬੀਆਂ ਹੁੰਦੀਆਂ। ਇੱਕ ਤਾਂ ਨਿਰਲੇਪ ਹੁੰਦਾ, ਪਾਣੀ ਤੋਂ ਚਿੱਕੜ ਤੋਂ ਉੱਪਰ ਹੁੰਦਾ। ਦੂਜਾ ਉਹ ਖਿੜਿਆ ਹੁੰਦਾ, ਤੀਜਾ ਖੁਸ਼ਬੂਦਾਰ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਕਮਲ ਦੀ ਤਰ੍ਹਾਂ ਰਹਿੰਦਾ ਹੈ, ਉਹ ਇਹਨਾਂ ਬੁਰਾਈਆਂ ਦੇ 'ਚ ਰਹਿੰਦਾ ਹੋਇਆ ਵੀ ਬੁਰਾਈਆਂ ਤੋਂ ਬਚ ਕੇ ਰਹਿੰਦਾ ਹੈ। ਉਹ ਖਿੜਿਆ ਰਹਿੰਦਾ, ਖੁਸ਼ ਰਹਿੰਦਾ ਹੈ, ਉਹ ਖੁਸ਼ ਰਹਿੰਦਾ। ਅਤੇ ਉਹਦੇ ਗੁਣ ਹੋਣ ਕਰਕੇ ਉਹਦੇ 'ਚ ਸੁਗੰਧੀ ਆਉਂਦੀ। ਗੁਣ ਸੁਗੰਧੀ ਹੁੰਦੇ ਨੇ। ਸਾਡੇ 'ਚ ਤਾਂ ਆਉਂਦੀ ਨਹੀਂ, ਅਸੀਂ ਸੈਂਟ ਲਾ ਲਿਆ, ਚਲੋ ਇਸੇ ਤਰ੍ਹਾਂ ਹੀ ਸਹੀ, ਹੋਰ ਕੀ ਕਰੀਏ। ਸੰਤਾਂ ਮਹਾਤਮਾ ਕੋਲੇ ਲੋਕ ਇਸ ਲਈ ਨਹੀਂ ਜਾਂਦੇ ਕਿ ਉਹਨਾਂ ਦੇ ਕੱਪੜਿਆਂ 'ਚ ਕੋਈ ਖੁਸ਼ਬੂ ਆਉਂਦੀ ਹੈ। ਲਾਉਣ ਉਹ ਵੀ ਲੱਗ ਨੇ ਕਈ ਸੈਂਟ। ਕਈ ਵਾਰੀ ਪਸੀਨਾ ਆ ਜਾਂਦਾ, ਉਹਦੀ ਸਮੈਲ ਆਉਂਦੀ ਹੈ, ਤਾਂ ਉਹ ਸੈਂਟ ਲਾ ਲੈਂਦੇ ਨੇ ਤਾਂ ਜੋ ਦੂਜਿਆਂ ਨੂੰ ਬੈਡ ਸਮੈਲ ਨਾ ਆਵੇ। ਸੰਤ ਦੇ ਵਿੱਚ ਜਿਹੜੇ ਗੁਣ ਹੁੰਦੇ ਨੇ ਉਹ ਸਮਝੋ ਉਹਦੀ ਖੁਸ਼ਬੂ ਨੇ। ਫੁੱਲ ਹੋਵੇ ਸੋਹਣਾ, ਉਹਦੇ ਵਿੱਚੋਂ ਆ ਰਹੀ ਹੋਵੇ ਖੁਸ਼ਬੂ, ਤੁਸੀਂ ਕੋਲ ਖਲੋ ਕੇ ਉਹਦੇ ਕੋਲ ਜਾਓਗੇ, ਖਲੋ ਕੇ ਸੁੰਘੋਗੇ, ਉਸ ਨੂੰ ਦੇਖੋਗੇ। ਸੰਤਾਂ 'ਚ ਵੀ ਇਹੀ ਗੁਣ ਹੁੰਦਾ। ਰਹਿੰਦੇ ਸੰਸਾਰ 'ਚ ਨੇ, ਪਰ ਉਹ ਸੰਸਾਰਿਕ ਬੁਰਾਈਆਂ ਤੋਂ ਉੱਪਰ ਹੁੰਦੇ ਨੇ, ਉੱਪਰ ਹੁੰਦੇ ਨੇ। ਉਹ ਖੁਸ਼ ਰਹਿੰਦੇ ਨੇ,
ਉਹਨਾਂ 'ਚ ਗੁਣ, ਉਹਨਾਂ ਦੀ ਖੁਸ਼ਬੂ ਹੈ, ਜਿਸ ਕਰਕੇ ਲੋਕ ਉਹਨਾਂ ਨੂੰ ਮਿਲਣ ਆਉਂਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ, ਤੂੰ ਆਪੇ ਕਮਲ ਅਲਿਪਤ ਹੈ, ਤੂੰ ਨਿਰਲੇਪ ਕਮਲ ਵੀ ਆਪ ਹੀ ਹੈ। ਸੈ ਹੱਥਾਂ ਵਿੱਚ ਗੁਲਾਲ, ਸੈ ਹੱਥਾਂ ਸੈਂਕੜੇ ਲਹਿਰਾਂ ਪਾਣੀ 'ਚ ਉੱਠਦੀਆਂ ਨੇ, ਪਰ ਫਿਰ ਵੀ ਤੂੰ ਬਹੁਤ ਸੁੰਦਰ ਲੱਗਦਾ ਹੈ। ਕਮਲ ਸੁੰਦਰ ਲੱਗਦਾ ਹੈ, ਭਾਵੇਂ ਚਿੱਕੜ 'ਚ ਹੋਵੇ ਅਤੇ ਭਾਵੇਂ ਪਾਣੀ ਦੀ ਲਹਿਰਾਂ ਦੇ ਵਿੱਚ ਹੋਵੇ। ਇੱਥੇ ਸੈ ਹੱਥਾਂ ਤੋਂ ਮਤਲਬ ਹੈ ਸੈਂਕੜੇ ਲਹਿਰਾਂ ਦੇ ਵਿੱਚ ਗੁਲਾਲ ਹੁੰਦਾ, ਸੋਹਣਾ ਜਿਹੜਾ ਲੱਗੇ। ਤੂੰ ਆਪੇ ਮੁਕਤ ਕਰਾਏਂਦਾ, ਤੂੰ ਜੀਵਾਂ ਨੂੰ ਆਪ ਹੀ ਮੁਕਤ ਕਰਾਉਂਦਾ ਹੈ। ਕਿਵੇਂ? ਇੱਕ ਨਿਮਕ ਘੜੀ ਕਰ ਰੱਖਿਆ, ਇੱਕ ਸੈਕਿੰਡ ਲਈ ਜੇ ਇੱਕ ਪਹਿਰ ਲਈ ਜਿਹੜੇ ਤੇਰਾ ਖਿਆਲ ਕਰਦੇ ਨੇ, ਤੇਰਾ ਨਾਮ ਜਪਦੇ ਨੇ, ਤੂੰ ਉਹਨਾਂ ਨੂੰ ਮੁਕਤ ਕਰਾ ਦਿੰਦਾ ਹੈ। ਹਰ ਤੁਧੋਂ ਬਾਹਰ ਕਿਛ ਨਹੀਂ ਹੈ ਪਰਮਾਤਮਾ, ਤੇਰੇ ਵੱਸ ਤੋਂ ਬਾਹਰ ਕੋਈ ਨਹੀਂ। ਐਸਾ ਕੋਈ ਨਹੀਂ ਜਿਹੜਾ ਤੇਰੇ ਵੱਸ 'ਚ ਨਾ ਹੋਵੇ ਜਾਂ ਤੇਰੇ ਹੁਕਮ 'ਚ ਨਾ ਹੋਵੇ। ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਦੇਖਣ ਨੂੰ ਆਪਣੀ ਮਰਜ਼ੀ ਅਨੁਸਾਰ ਕਰ ਰਹੇ ਹਾਂ, ਪਰ ਉਹਦੇ ਹੁਕਮ ਵਿੱਚ ਕਰ ਰਹੇ, ਕਿਉਂਕਿ ਉਹਨੇ ਸਾਨੂੰ ਇਸ ਪਾਸੇ ਲਾਇਆ ਹੋਇਆ ਹੈ। ਚੋਰ ਉਹਦੇ ਹੁਕਮ 'ਚ ਹੀ ਚੋਰੀ ਕਰ ਰਿਹਾ, ਜਦੋਂ ਉਹਦਾ ਹੁਕਮ ਨਹੀਂ ਹੋਏਗਾ ਸਾਧ ਬਣ ਜਾਏਗਾ। ਉਹਨੇ ਪਾਰਟ ਸਾਨੂੰ ਦਿੱਤੇ ਨੇ। ਕਿਸੇ ਫਿਲਮ 'ਚ ਡਾਇਰੈਕਟਰ ਕਿਸੇ ਨੂੰ ਹੀਰੋ ਬਣਾਉਂਦਾ, ਦੂਜੀ ਫਿਲਮ 'ਚ ਉਸ ਨੂੰ ਵਿਲਨ ਬਣਾਉਂਦਾ। ਡਾਇਰੈਕਟਰ ਦੀ ਮਰਜ਼ੀ ਹੈ, ਬੰਦਾ ਤਾਂ ਉਹੀ ਹੁੰਦਾ, ਬੰਦਾ ਉਹੀ ਹੁੰਦਾ। ਕਿਸੇ ਫਿਲਮ 'ਚ ਕੋਈ ਰੋਲ ਕਰਾਉਂਦਾ ਉਸ ਤੋਂ, ਕਿਸੇ ਫਿਲਮ 'ਚ ਕੋਈ ਕਰਾਉਂਦਾ ਹੈ। ਐਂ ਹੀ ਮਨੁੱਖ ਤੋਂ ਉਹ ਅੱਡ ਅੱਡ ਕੰਮ ਕਰਾਉਂਦਾ ਰਹਿੰਦਾ। ਸੋ ਸਭ ਕੁਛ ਉਹਦੇ ਵੱਸ 'ਚ, ਉਸ ਤੋਂ ਬਾਹਰ ਕੁਝ ਨਹੀਂ। ਹਰ ਤੁਧੋਂ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ। ਗੁਰੂ ਦੇ ਸ਼ਬਦ ਰਾਹੀਂ ਤੂੰ ਪਰਮਾਤਮਾ ਨੂੰ ਵੇਖ ਅਤੇ ਨਿਹਾਲ ਹੋ ਜਾ। ਜੀਵਨ ਤੋਂ, ਜੰਮਣ ਮਰਨ ਤੋਂ ਮੁਕਤ ਹੋ ਜਾਣ ਦੀ ਅਵਸਥਾ ਨੂੰ ਕਹਿੰਦੇ ਨੇ ਨਿਹਾਲ। ਨਿਹਾਲ ਮੈਨੇ ਵੇਖਣਾ ਵੀ ਹੁੰਦਾ, ਨਿਹਾਲ ਮੈਨੇ ਵੇਖਣਾ ਵੀ ਹੁੰਦਾ। ਅਤੇ ਜਦੋਂ ਗੁਰੂ ਮਹਾਰਾਜ ਸਿੱਖ ਨਿਹਾਲ ਨਿਹਾਲ ਨਿਹਾਲ, ਉਹਨੂੰ ਜਿਉਂਦਿਆਂ ਹੀ ਮੁਕਤ ਕਰ ਦਿੰਦੇ ਨੇ। ਉਹ ਅਵਸਥਾ ਨਿਹਾਲ ਹੁੰਦੀ। ਕਹਿੰਦੇ ਉਸ ਪਰਮਾਤਮਾ ਨੂੰ ਗੁਰੂ ਦੇ ਸ਼ਬਦ ਰਾਹੀਂ ਵੇਖਿਆ ਜਾ ਸਕਦਾ ਹੈ। ਗੁਰੂ ਸ਼ਬਦ ਦਿੱਤਾ, ਦੋ ਚੀਜ਼ਾਂ ਨੇ ਸ਼ਬਦ ਦੇ ਵਿੱਚ। ਸ਼ਬਦ ਦੇ ਵਿੱਚ ਇੱਕ ਹੁੰਦਾ ਪਰਮਾਤਮਾ ਦਾ ਨਾਮ ਗੁਰਮੰਤਰ, ਦੂਜਾ ਸ਼ਬਦ ਦੇ ਵਿੱਚ ਹੁੰਦਾ ਸਿੱਖਿਆ। ਬਾਣੀ ਸਾਨੂੰ ਦੋ ਚੀਜ਼ਾਂ ਹੀ ਕਹਿੰਦੀ ਹੈ, ਇੱਕ ਤਾਂ ਨਾਮ ਜਪਿਆ ਕਰੋ ਅਤੇ ਦੂਜੀ ਸਿੱਖਿਆ ਦਿੰਦੀ ਹੈ ਸ਼ੁਭ ਕਰਮ ਕਰੋ। ਉਹ ਕਰਮ ਕਰੋ ਜਿਸ ਨਾਲ ਦੂਜੇ ਨੂੰ ਨੁਕਸਾਨ ਨਾ ਹੋਵੇ। ਅਸੀਂ ਦੂਸਰੇ ਦਾ ਨੁਕਸਾਨ ਤਿੰਨ ਤਰੀਕਿਆਂ ਨਾਲ ਕਰਦੇ ਹਾਂ। ਉਹਦੇ ਸਰੀਰ ਨੂੰ ਸੱਟ ਫੇਟ ਮਾਰ ਕੇ ਜਾਂ ਕਤਲ ਕਰਕੇ, ਦੂਸਰਾ ਹੈ ਉਹਦਾ ਧਨ ਚੁਰਾ ਕੇ, ਤੀਸਰਾ ਹੈ ਉਹਦਾ ਮਨ ਦੁਖਾ ਕੇ। ਅਸੀਂ ਕੁਝ ਅਬਾ ਤਬਾ ਬੋਲਤਾ, ਉਹਦਾ ਮਨ ਦੁਖੀ ਹੋ ਗਿਆ ਹੈ। ਇਹ ਕੰਮ ਨਹੀਂ ਕਰਨਾ। ਉਹ ਕੰਮ ਜਿਸ ਨਾਲ ਕਿਸੇ ਦਾ ਮਨ ਦੁਖੇ, ਜਿਸ ਨਾਲ ਕਿਸੇ ਦੇ ਧਨ ਦਾ ਨੁਕਸਾਨ ਹੋਵੇ, ਜਿਸ ਨਾਲ ਕਿਸੇ ਦੇ ਸਰੀਰ ਦਾ ਨੁਕਸਾਨ ਹੋਵੇ, ਇਹ ਤਿੰਨ ਕੰਮ ਸਿੱਖ ਨੇ ਨਹੀਂ ਕਰਨਾ। ਜੋ ਵੀ ਕਰਮ ਕਰੋ ਦੇਖੋ ਵੀ ਮੇਰੇ ਕਰਮ ਨਾਲ ਕਿਸੇ ਨੂੰ ਨੁਕਸਾਨ ਤਾਂ ਨਹੀਂ ਹੋ ਰਿਹਾ, ਤਨ ਕਰਕੇ, ਧਨ ਕਰਕੇ ਜਾਂ ਮਨ ਕਰਕੇ। ਇਸ ਕਰਕੇ ਇਹ ਤਿੰਨ ਚੀਜ਼ਾਂ ਦਾ ਖਿਆਲ ਰੱਖ ਕੇ ਫਿਰ ਨਾਮ ਜਪਣਾ। ਬਸ ਫਿਰ ਇੱਕ ਦਿਨ ਪਰਮਾਤਮਾ ਮਿਲ ਹੀ ਜਾਵੇਗਾ। ਸੋ ਕਹਿੰਦੇ ਜੇ ਪਰਮਾਤਮਾ ਨੂੰ ਵੇਖਣਾ ਨਾ, ਫਿਰ ਗੁਰ ਸ਼ਬਦੀ, ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨੂੰ ਵੇਖਿਆ ਜਾ ਸਕਦਾ ਹੈ। ਸ਼ਲੋਕ ਮਹਿਲਾ ਤੀਜਾ। ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਜੇ ਧਨ ਖਸਮੈ ਚਲੈ ਰਜ਼ਾਈ, ਜੱਜੇ ਦੇ ਪੈਰ 'ਚ ਬਿੰਦੀ ਰੱਖ ਕੇ ਬਣਾਇਆ ਰਜ਼ਾਈ। ਜੇ ਰਜਾਈ ਪੜਾਂਗੇ ਤਾਂ ਸਰਦੀਆਂ 'ਚ ਉੱਪਰ ਆਪਾਂ ਕੱਪੜਾ ਲੈਂਦੇ ਹਾਂ, ਉਹਨੂੰ ਰਜ਼ਾਈ ਕਹਿੰਦੇ ਨੇ। ਉਹਦੀ ਰਜਾਈ ਜੱਜੇ ਨਾਲ
ਰਜ਼ਾਈ ਦਾ ਮਤਲਬ ਉਹਦੇ ਹੁਕਮ ਅਨੁਸਾਰ। ਖਸਮੈ ਚੱਲੈ ਰਜ਼ਾਈ, ਖਸਮ ਦੇ ਹੁਕਮ ਵਿੱਚ ਜੋ ਚੱਲਦੇ ਨੇ। ਦਰ ਕਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਤੀਸਰੇ ਪਾਤਸ਼ਾਹ ਕਹਿੰਦੇ ਹੁਕਮ ਨਾ ਜਾਣੈ ਬਹੁਤਾ ਰੋਵੈ। ਰੋਵੈ ਦਾ ਭਾਵ ਦੁਖੀ ਹੋਣਾ। ਪਰਮਾਤਮਾ ਦੇ ਹੁਕਮ ਨੂੰ ਜਾਣਦਾ ਨਹੀਂ ਤੇ ਦੁਖੀ ਹੋ ਰਿਹਾ ਹੈ। ਜੇ ਉਹਦੇ ਹੁਕਮ ਨੂੰ ਜਾਣ ਲਏ, ਇਹ ਮਾੜਾ ਕੰਮ ਹੀ ਨਾ ਕਰੇ, ਨਾ ਮਾੜਾ ਕੰਮ ਕਰੇ, ਨਾ ਦੁਖੀ ਹੋਵੇ। ਕਈ ਵਾਰੀ ਆਪਾਂ ਕੋਈ ਮਾੜਾ ਕੰਮ ਨਹੀਂ ਕਰਦੇ ਫਿਰ ਵੀ ਦੁਖੀ ਹੁੰਦੇ ਹਾਂ, ਕਿਉਂਕਿ ਅਸੀਂ ਨਾਮ ਨਹੀਂ ਜਪਦੇ। ਦੁਖੀ ਕਿਉਂ ਨੇ? ਅਸੀਂ ਪਿੱਛੇ ਮਾੜੇ ਕਰਮ ਕੀਤੇ, ਉਸ ਕਾਰਨ ਸਾਡੇ ਜ਼ਿੰਦਗੀ ਦੁੱਖ ਲਿਖੇ ਗਏ। ਜੇ ਤਾਂ ਅਸੀਂ ਨਾਮ ਜਪਦੇ ਰਹੀਏ ਤਾਂ ਫਿਰ ਤਾਂ ਉਹ ਕਰਮ ਖਤਮ ਹੋ ਜਾਣਗੇ, ਸਾਡਾ ਦੁੱਖ ਖਤਮ ਹੋ ਜਾਏਗਾ। ਹੁਣ ਅਸੀਂ ਚੰਗੇ ਹਾਂ ਮੰਨ ਲਓ, ਪਰ ਨਾਮ ਨਹੀਂ ਜਪਦੇ ਤਾਂ ਪਿਛਲੇ ਕਰਮਾਂ ਕਾਰਨ ਜਿਹੜਾ ਦੁੱਖ ਹੈ ਉਹ ਸਾਨੂੰ ਮਿਲਦਾ ਰਹਿੰਦਾ। ਜੇ ਅਸੀਂ ਨਾਮ ਜਪਾਂਗੇ ਉਹ ਮਾੜੇ ਕਰਮ ਘਟ ਜਾਣਗੇ, ਅਸੀਂ ਸੁਖੀ ਹੋ ਜਾਵਾਂਗੇ। ਸੋ ਜਿਹਨੇ ਸੁਖੀ ਰਹਿਣਾ ਉਹਨੇ ਦੋਨਾਂ ਗੱਲਾਂ ਦੇ ਖਿਆਲ ਕਰਕੇ ਨਾ ਮਾੜਾ ਕੰਮ ਕਰਨਾ ਤੇ ਨਾਲ ਨਾਮ ਜਪਣਾ, ਬਾਣੀ ਪੜ੍ਹਨੀ। ਹੁਕਮ ਨਾ ਜਾਣੈ ਬਹੁਤਾ ਰੋਵੈ। ਜਿਹੜਾ ਹੁਕਮ ਨੂੰ, ਪਰਮਾਤਮਾ ਦੇ ਹੁਕਮ ਨੂੰ ਨਹੀਂ ਜਾਣਦਾ ਉਹ ਬਹੁਤ ਦੁਖੀ ਹੁੰਦਾ ਹੈ। ਅੰਦਰ ਧੋਖਾ, ਉਹਨੂੰ ਅੰਦਰ ਧੋਖਾ ਮਨੇ ਚਿੰਤਾ। ਇੱਕ ਤਾਂ ਧੋਖਾ ਹੁੰਦਾ ਕਿਸੇ ਨਾਲ ਠੱਗੀ ਕਰਨਾ, ਚੀਟਿੰਗ ਜਿਹਨੂੰ ਕਹਿੰਦੇ ਨੇ। ਇੱਥੇ ਧੋਖਾ ਤੋਂ ਮਤਲਬ ਧੁੱਖ ਦੁਖੀ ਚਿੰਤਾ। ਅੰਦਰ ਧੋਖਾ, ਨੀਂਦ ਨਾ ਸੋਵੇ। ਉਹਦੇ ਅੰਦਰ ਚਿੰਤਾ ਲੱਗੀ ਰਹਿੰਦੀ ਹੈ, ਇਸ ਲਈ ਉਹਨੂੰ ਨੀਂਦ ਨਹੀਂ ਆਉਂਦੀ। ਜਿੱਥੇ ਚਿੰਤਾ ਹੋਏਗੀ ਉੱਥੇ ਨੀਂਦ ਨਹੀਂ ਆਉਂਦੀ। ਬੰਦਾ ਪਾਸੇ 'ਚ ਮਰੀ ਜਾਂਦਾ, ਉਹ ਚਿੰਤਾ ਲੱਗੀ ਹੈ, ਚਿੰਤਾ ਉਹਨੂੰ ਸੌਣ ਨਹੀਂ ਦਿੰਦੀ ਹੈਗੀ। ਜੇ ਧਨ ਖਸਮੈ ਚੱਲੈ ਰਜ਼ਾਈ, ਧਨ ਮਨੇ ਔਰਤ। ਜੇ ਪਤਨੀ ਆਪਣੇ ਖਸਮ, ਆਪਣੇ ਪਤੀ ਦੇ ਰਜ਼ਾ ਵਿੱਚ ਚੱਲੇ। ਆਪਾਂ ਸਾਰੀਆਂ ਪਤਨੀਆਂ ਬੈਠੇ ਹਾਂ, ਦੇਖਣ ਨੂੰ ਭਾਵੇਂ ਬੰਦੇ ਹਾਂ, ਪੁਰਖ ਇੱਕ ਪਰਮਾਤਮਾ ਹੀ ਗਿਣਿਆ ਗਿਆ ਧਰਮ ਅਨੁਸਾਰ, ਬਾਕੀ ਜੀਵ ਇਸਤਰੀਆਂ ਨੇ। ਉਹਨੂੰ ਕਹਿ ਧਨ। ਜਿਹੜੇ ਜੀਵ ਇਸਤਰੀ ਖਸਮੈ ਚੱਲੈ ਰਜ਼ਾਈ, ਆਪਣੇ ਖਸਮ, ਆਪਣੇ ਮਾਲਕ, ਆਪਣੇ ਪਤੀ ਦੇ ਹੁਕਮ ਅਨੁਸਾਰ ਚੱਲਦੀ ਹੈ। ਦਰ ਕਰ ਸੋਭਾ, ਉਹਨੂੰ ਪਰਮਾਤਮਾ ਦੇ ਦਰ 'ਤੇ ਵੀ ਅਤੇ ਆਪਣੇ ਘਰ ਦੇ ਵਿੱਚ ਸੋਭਾ ਮਿਲਦੀ ਹੈ। ਮਹਿਲ ਬੁਲਾਈ, ਅਤੇ ਫਿਰ ਪਰਮਾਤਮਾ ਉਸ ਨੂੰ ਅੰਤ ਨੂੰ ਆਪਣੇ ਮਹਿਲ ਦੇ ਵਿੱਚ ਬੁਲਾ ਲੈਂਦਾ ਹੈ। ਨਾਨਕ ਕਰਮੀ ਇਹ ਮਤ ਪਾਈ। ਕਰਮੀ ਹੁੰਦਾ ਬਖਸ਼ਿਸ਼। ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹ ਮਤ ਪ੍ਰਾਪਤ ਹੁੰਦੀ ਹੈ। ਗੁਰ ਪ੍ਰਸਾਦੀ ਸੱਚ ਸਮਾਈ। ਫਿਰ ਗੁਰੂ ਦੀ ਕਿਰਪਾ ਨਾਲ ਉਹ ਸੱਚ ਪਰਮਾਤਮਾ ਦੇ ਵਿੱਚ ਸਮਾ ਜਾਂਦੀ ਹੈ। ਮਹਿਲਾ ਤੀਜਾ। ਮਨਮੁਖ ਨਾਮ ਵਿਹੂਣਿਆ, ਰੰਗ ਕੁਸੁੰਬਾ ਦੇਖ ਨਾ ਭੁੱਲ। ਇਸ ਕਾ ਰੰਗ ਦਿਨ ਥੋੜਿਆਂ, ਛੋਛਾ ਇਸ ਦਾ ਮੁੱਲ। ਦੂਜੇ ਲੱਗੇ ਪਚ ਮੂਏ, ਮੂਰਖ ਅੰਧ ਗਵਾਰ। ਵਿਸ਼ਟਾ, ਇਹ ਹਿੰਦੀ ਦਾ ਸ਼ਬਦ ਹੈ ਵਿਸ਼ਟਾ, ਗੰਦਗੀ। ਉਹ ਤਾਂ ਬੱਬੇ ਨਾ ਬਣਾਇਆ, ਵਿਸ਼ਟਾ। ਵਿਸ਼ਟਾ ਅੰਦਰ ਕੀਟ ਸੇ, ਪਏ ਪਚਹਿ ਵਾਰੋ ਵਾਰ। ਨਾਨਕ ਨਾਮ ਰਤੇ ਸੇ ਰੰਗੁਲੇ, ਗੁਰ ਕੈ ਸਹਿਜ ਸੁਭਾਏ। ਭਗਤੀ ਰੰਗ ਨਾ ਉਤਰੈ, ਸਹਿਜੇ ਰਹਿ ਸਮਾਏ। ਤੀਸਰੇ ਪਾਤਸ਼ਾਹ ਕਹਿੰਦੇ ਮਨਮੁਖ ਨਾਮ ਵਿਹੂਣਿਆ। ਹੇ ਨਾਮ ਤੋਂ ਬਿਨਾ ਮਨਮੁਖ ਬੰਦੇ, ਰੰਗ ਕਸੁੰਬਾ ਦੇਖ ਨਾ ਭੁੱਲ। ਇੱਕ ਮਜੀਠ ਰੰਗ ਹੁੰਦਾ, ਇੱਕ ਕਸੁੰਬਾ ਹੁੰਦਾ। ਕਸੁੰਬਾ ਕੱਚਾ ਰੰਗ ਹੁੰਦਾ, ਮਜੀਠ ਪੱਕਾ ਰੰਗ ਹੁੰਦਾ। ਇੱਥੇ ਮਾਇਆ ਤੋਂ ਭਾਵ ਹੈ। ਮਾਇਆ ਨੂੰ ਵੇਖ ਕੇ ਕਹਿੰਦਾ ਭੁੱਲ ਨਾ ਰੱਬ ਨੂੰ।
ਬਹੁਤ ਸਾਰੇ ਲੋਕ ਜਦੋਂ ਮਾਇਆ ਕੋਲ ਹੁੰਦੀ ਆ ਉਹ ਰੱਬ ਨੂੰ ਭੁੱਲ ਭੁਲਾ ਜਾਂਦੇ, ਉਸ ਤੋਂ ਕੀ ਕਰਾਉਣਾ। ਇਹ ਬੰਦਾ ਫਸਿਆ ਹੋਇਆ ਮਾਰ ਖਾਂਦਾ। ਮੈਂ ਦੇਖਿਆ ਸੁੱਖ ਲੈਂਦੇ ਨੇ ਸਾਡੇ ਘਰ ਪੁੱਤਰ ਹੋਵੇ। ਇੱਕ ਨਾ ਪੁੱਤਰ ਹੋਇਆ 5 ਸਾਲ ਹੋ ਗਏ, ਡੱਬਾ ਲੈ ਕੇ ਬੀਬੀ ਆਈ, ਬਾਬਾ ਜੀ ਤੁਹਾਡਾ ਬੜਾ ਧੰਨਵਾਦ ਹੈ। ਮੈਂ ਕੀ ਖੁਸ਼ੀ ਹੈ ਜੀ। ਕਹਿੰਦੇ ਪੁੱਤਰ ਹੋਇਆ। ਮੈਂ ਦੇਖੇ ਤਾਂ ਵੱਡਾ ਸਾਰ ਹੈ। ਮੈਂ ਕਿੰਨੇ ਸਾਲ ਹੋ ਗਏ? 5 ਸਾਲ। ਮੈਂ ਅੱਛਾ ਹੁਣ ਧੰਨਵਾਦ ਯਾਦ ਆਇਆ। ਹੁਣ ਧੰਨਵਾਦ ਯਾਦ ਆਇਆ। ਇਹ ਕਦਾ ਧੰਨਵਾਦ ਹੈ? ਮੈਂ ਤੁਹਾਨੂੰ ਕੋਈ ਹੋਰ ਕੰਮ ਹੋਣਾ, ਉਸ ਕੰਮ ਆਇਓ ਅਤੇ ਚਲੋ ਜੀ ਧੰਨਵਾਦ। ਧੰਨਵਾਦ ਤਾਂ ਸਵਾਦ ਹੁੰਦਾ ਜੇ ਪੁੱਤਰ ਹੁੰਦਾ ਨਾਲ ਦੀ ਨਾਲ ਹੀ ਫੋਨ ਕਰਦੇ, ਦੱਸਦਾ ਬਾਬਾ ਤੇਰੀ ਬੜੀ ਕਿਰਪਾ ਹੋ ਗਈ ਪੁੱਤਰ ਹੋਇਆ। ਫੋਨ 'ਤੇ ਧੰਨਵਾਦ ਕਰਦੇ, ਨਹੀਂ ਆ ਸਕਦੇ। ਸੋ ਇਹ ਮਨੁੱਖ ਹੈ, ਇਹ ਜਦੋਂ ਫਸਿਆ ਹੋਇਆ ਤਾਂ ਹੀ ਮਾਰ ਖਾਂਦਾ। ਫਸਿਆ ਬਾਬਾ ਜੀ ਕਿਸੇ ਤਰ੍ਹਾਂ ਕਰੋ। ਬਾਬਾ ਇੱਕ ਆ ਗਿਆ, ਬਾਬਾ ਜੀ ਮੇਰਾ ਕਰਜ਼ਾ ਉਤਰ ਜੇ। ਮੈਂ ਕਿੰਨੇ ਲੱਖ ਕਰਜ਼ਾ? ਕਹਿੰਦਾ 6 ਲੱਖ। ਮੈਂ ਆਮਦਨ ਕਿੰਨੀ ਹੈ ਜੀ? 15,000 ਮਹੀਨੇ ਦੀ। ਮੈਂ ਜਾਂ ਭਾਜੇ ਨਹੀਂ ਉਤਰਦਾ। ਨਹੀਂ ਜੀ ਕੁਛ ਕਰੋ। ਮੈਂ ਹੈ ਫਿਰ ਤਾਂ ਮੈਂ ਸਾਰੇ ਜੱਟਾਂ ਦਾ ਕਰਜ਼ਾ ਉਤਾਰ ਦਾਂਗਾ ਜੇ ਮੇਰੇ ਕੋਲ ਢੰਗ ਹੋਵੇ ਕੋਈ। ਮੈਂ ਫਿਰ ਤਾਂ ਜਿੰਨੇ ਜੱਟਾਂ ਨੂੰ ਕਰਜ਼ੇ ਚੜ੍ਹੇ ਸਾਰੇ ਮੇਰੇ ਕੋਲ। ਬਾਬਾ ਜੀ ਕਿਰਪਾ ਕਰ ਦਿਓ ਕਰਜ਼ੇ। ਮੈਂ ਕਦੇ 15,000 ਤੇਰੀ ਤਨਖਾਹ ਦੇ ਪਰਿਵਾਰ ਦਾ ਮਸਾਂ ਗੁਜ਼ਾਰਾ ਹੁੰਦਾ ਅਤੇ ਤੇਰਾ ਕਰਜ਼ਾ ਕੀ ਉਤਰੇਗਾ? ਇਹ ਨਹੀਂ ਉਤਰਦਾ। ਲੱਗਾ ਰਿਹਾ। ਮੈਂ ਤੂੰ ਜਾਣਦਾ ਨਹੀਂ ਤਾਂ ਮੈਂ ਕੋਈ ਨਹੀਂ ਬੋਲਣਾ। ਉਹ ਗਿਆ ਨਹੀਂ, ਮੈਂ ਚੁੱਪ ਰਿਹਾ। ਆਪੇ ਪੁੱਛੇ ਤਰਲੇ ਕਰ ਆਪੇ ਤੁਰ ਗਿਆ। ਵੀ ਦੱਸ ਆਮਦਨ ਤੇਰੀ 15,000 ਮਹੀਨਾ, ਉਸ ਦੇ ਵਿੱਚੋਂ 6 ਲੱਖ ਕਰਜ਼ਾ ਤੇਰਾ ਕਿਵੇਂ ਉਤਰ ਜਾਏਗਾ? 6 ਲੱਖ ਕਰਜ਼ੇ ਦਾ ਮਹੀਨਾ 15,000 ਵਿਆਜ ਹੀ ਵਧੀ ਜਾਂਦਾ ਹੋਣਾ। ਜਿਸ ਹਿਸਾਬ ਨਾਲ ਤੁਸੀਂ ਲੋਕਾਂ ਨੇ ਕਰਜ਼ਾ ਲਿਆ ਹੋਇਆ, ਕੋਈ 5% 'ਤੇ ਲੈ ਰਿਹਾ। ਔਰ ਸਾਡਾ ਜਿਹੜਾ ਅਸੀਂ ਰੱਖਿਆ ਹੋਇਆ ਨੌਕਰ ਗੁਰਦੁਆਰੇ ਦਾ, ਹਾਂ ਪ੍ਰਮੋਦ, ਇਹਦੀ ਘਰ ਵਾਲੀ ਦਾ ਆਪਰੇਸ਼ਨ ਹੋਣਾ ਸੀ। 40,000 ਤੇ ਸੋ ਦੇ ਕੇ ਤੋਰਿਆ। ਮੈਂ ਚਲੋ ਇਹ ਐਡਵਾਂਸ ਲੈ ਜਾ। ਉਹ ਕਹਿੰਦਾ ਜੀ 35,000 ਡਾਕਟਰ ਮੰਗਦਾ। ਮੈਂ 5,000 ਦਵਾਈਆਂ ਨੂੰ ਵੀ ਚਾਹੀਦਾ ਹੈ। ਖਰਚਾ ਆ ਗਿਆ 80,000। ਉਹ ਮੈਂ ਕਿੰਨਾ ਕਹਿੰਦਾ 80,000। ਮੈਂ ਬਾਕੀ 40,000 ਕੀ ਕੀਤਾ? ਕਹਿ ਜੋ ਕਰਜ਼ਾ ਲਿਆ। ਮੈਂ ਕੀ ਵਿਆਜ 'ਤੇ ਲੈ ਕੇ? 10% ਵਿਆਜ 'ਤੇ ਲਿਆ। ਮੈਂ ਮੂਰਖਾ, ਇਹ 40,000 ਤੇ ਸਾਰੀ ਉਮਰ ਹੀ ਨਹੀਂ ਉਤਰਨਾ। ਮੈਂ 40,000 ਹੋਰ ਭੇਜ ਦਿੰਦਾ, 50,000 ਭੇਜ ਦਿੰਦਾ। ਤੈਨੂੰ ਹੋਰ ਵੀ ਤਾਂ ਘਰ ਲੋੜ ਹੋਏਗੀ ਜਿਹੜੀ ਦਵਾਈਆਂ ਦੀ, ਅਤੇ ਤੂੰ ਪਹਿਲਾਂ ਕਰਜ਼ਾ ਮੋੜ, ਨਹੀਂ ਤਾਂ ਤੂੰ ਸਾਰੀ ਉਮਰ ਇੱਥੇ ਹੀ ਕੰਮ ਕਰਦੇ, ਤੇਰਾ ਕਰਜ਼ੇ ਨਹੀਂ ਮੁੜਨਾ। 10% ਤਾਂ ਅਸੀਂ ਅਨਪੜ੍ਹ ਲੋਕ, ਤੁਹਾਨੂੰ ਪਤਾ ਨਹੀਂ ਕਿੰਨਾ ਬਣ ਜਾਏਗਾ। ਤੁਹਾਨੂੰ ਤਾਂ ਸਮਝ ਨਹੀਂ ਕਿੰਨਾ ਬਣ ਜਾਏਗਾ। ਉਹਦੇ 4,000 ਰੁਪਏ ਮਹੀਨਾ ਉਹਦਾ ਵਿਆਜ ਹੀ ਹੋ ਜਾਣਾ। ਗਰੀਬ ਕਿੱਥੋਂ ਮੋੜੇਗਾ? ਫਿਰ ਪੈਸੇ ਭੇਜੇ, ਫਿਰ ਉਹਦਾ ਕਰਜ਼ਾ। ਮੈਂ ਤੂੰ ਹੌਲੀ ਹੌਲੀ ਮੈਨੂੰ ਮੋੜ ਦੀ, ਸਾਲ 2 ਸਾਲ 'ਚ ਮੋੜ ਦੀ। ਗੁਰਦੁਆਰੇ ਦੇ ਪੈਸੇ ਨਹੀਂ, ਤੈਨੂੰ 14,000 ਮਹੀਨਾ ਅਸੀਂ ਦਿੰਦੇ ਹਾਂ, ਤੂੰ 5,000 ਰੁਪਏ ਮਹੀਨਾ ਕਰਕੇ ਮੋੜੀ ਜਾਏ। ਭਾਈ ਫਿਰ ਕੀ ਕਰੀ? ਇਸ ਤਰ੍ਹਾਂ ਉਂਝ ਕਰਜ਼ੇ। ਹੁਣ 6 ਲੱਖ ਕਰਜ਼ਾ ਕਿਵੇਂ ਉਤਰੇਗਾ ਜੀ? ਆਮਦਨ ਕੋਲ 15,000 ਹੈ, ਫਿਰ ਉਸ 'ਤੇ ਵਿਆਜ ਲੱਗੀ ਜਾਣੀ ਹੈ। ਉਹ ਕਿਹੜਾ ਬਿਨਾਂ ਵਿਆਜ ਮਿਲਿਆ ਹੋਇਆ? ਇਸ ਲਈ ਕਈ ਚੀਜ਼ਾਂ ਦਾ ਕੋਈ ਹੱਲ ਨਹੀਂ ਹੁੰਦਾ। ਮੈਂ ਪੱਕੀ ਨਹਿਰ ਹੈਗੀ, ਉਹ 'ਚ ਛਾਲ ਮਾਰ, ਹੋਰ ਕੀ ਹੈ? ਬਥੇਰੇ ਮਰ ਗਏ ਨੇ। ਹੋਰ ਹੱਲ ਕੋਈ ਨਹੀਂ ਹੁੰਦਾ, ਕੋਈ ਹੱਲ। ਸੋ ਗੁਰੂ ਮਹਾਰਾਜ ਕਹਿੰਦੇ, ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਬਾ ਦੇਖ ਨਾ ਭੁੱਲ। ਹੇ ਮਨਮੁਖਾ, ਹੇ ਨਾਮ ਤੋਂ ਵਿਹੂਣੇ ਮਨੁੱਖ, ਇਹ ਮਾਇਆ ਜਿਹੜਾ ਰੰਗ ਹੈ ਨਾ, ਹੈ ਤਾਂ ਬੜਾ ਸ਼ੋਖ। ਕਸੁੰਬੜੇ ਦਾ ਫੁੱਲ ਬੜਾ ਰੌਲ ਸੁਰਖ ਹੁੰਦਾ ਹੈ, ਦੇਖਣ ਨੂੰ ਬੜਾ ਸੋਹਣਾ, ਪਰ ਇਹਦਾ ਰੰਗ ਫਿੱਕਾ ਹੈ। ਇਸ ਮਾਇਆ ਨੂੰ ਵੇਖ ਕੇ ਨਾ ਰੱਬ ਨੂੰ ਨਾ ਭੁੱਲ। ਇਸ ਦਾ ਰੰਗ ਦਿਨ ਥੋੜ੍ਹੇ ਆ, ਇਹਦਾ ਜਿਹੜਾ ਰੰਗ ਹੈ ਥੋੜ੍ਹੇ ਦਿਨ ਹੀ ਰਹਿਣਾ। ਛੋਛਾ ਇਸ ਦਾ ਮੁੱਲ, ਛੋਛਾ ਦਾ ਬਹੁਤ ਥੋੜ੍ਹਾ, ਇਹਦਾ ਮੁੱਲ ਬਹੁਤ ਥੋੜ੍ਹਾ ਹੈ। ਦੂਜੇ ਲੱਗੇ ਪਚ ਮੂਏ, ਦੂਜੇ ਲੱਗੇ ਜੋ ਮਾਇਆ ਦੇ ਮੋਹ 'ਚ ਲੱਗ ਗਏ, ਪਚ ਮੂਏ, ਖੁਆਰ ਹੋ ਕੇ ਮਰ ਗਏ। ਮੂਰਖ ਅੰਧ ਗਵਾਰ।
ਜਿਹੜੇ ਰੱਬ ਨੂੰ ਛੱਡ ਕੇ ਮਾਇਆ ਕਮਾਉਣ 'ਤੇ ਲੱਗੇ ਉਹਨੇ ਕਹਿੰਦੇ ਮੂਰਖ, ਉਹ ਅੰਧ, ਉਹਨੇ ਅੰਨੇ, ਗਵਾਰ, ਉਹਨੇ ਮਹਾਮੂਰਖ, ਪਚਮੂਏ, ਉਹ ਖੁਆਰ ਹੋ ਕੇ ਮਰ ਜਾਂਦੇ, ਦੁਖੀ ਹੋ ਕੇ ਮਰ ਜਾਂਦੇ। ਬਿਸ਼ਟਾ ਅੰਦਰ ਕੀਟ ਸੇ, ਉਹ ਤਾਂ ਇਸ ਤਰ੍ਹਾਂ ਜਿਵੇਂ ਗੰਦਗੀ ਦੇ ਕੀੜੇ ਹੋਣ, ਕੀਟ ਕੀੜਾ, ਬਿਸ਼ਟਾ ਅੰਦਰ ਕੀਟ ਸੇ, ਉਹ ਇਸ ਤਰ੍ਹਾਂ ਜਿਵੇਂ ਗੰਦਗੀ ਦੇ ਕੀੜੇ ਹੋਣ, ਪਏ ਪਚਹਿ ਵਾਰੋ ਵਾਰ, ਅਤੇ ਵਾਰੀ ਵਾਰੀ ਉਹ ਦੁਖੀ ਹੁੰਦੇ ਰਹਿੰਦੇ। ਕਿਉਂ? ਗੰਦ ਹੀ ਖਾਣਾ ਪੈਂਦਾ, ਗੰਦ ਦੇ ਵਿੱਚ ਹੀ ਰਹਿੰਦੇ ਹਨ, ਵਾਰੀ ਵਾਰੀ ਜੰਮਦੇ ਮਰਦੇ ਰਹਿੰਦੇ ਨੇ, ਦੁਖੀ ਹੁੰਦੇ ਰਹਿੰਦੇ ਨੇ। ਇਹਦੇ ਵਿਰੁੱਧ ਲਿਖਿਆ, ਨਾਨਕ ਨਾਮ ਰਤੇ ਸੇ ਰੰਗਲੇ, ਜਿਹੜੇ ਨਾਮ 'ਚ ਰੰਗੇ ਗਏ ਨਾ ਉਹ ਤਾਂ ਰੰਗੀਲੇ ਨੇ, ਉਹ ਤਾਂ ਖੁਸ਼ ਰਹਿੰਦੇ ਨੇ। ਗੁਰ ਕੈ ਸਹਿਜ ਸੁਭਾਏ, ਸਹਿਜ ਹੁੰਦੇ ਅਡੋਲ ਅਵਸਥਾ, ਉਹਨਾਂ ਨੂੰ ਅਡੋਲ ਅਵਸਥਾ ਪ੍ਰਾਪਤ ਹੁੰਦੀ ਹੈ। ਸੁਭਾਏ, ਉਹਨਾਂ ਨੂੰ ਗੁਰੂ ਦਾ ਪਿਆਰ ਮਿਲਦਾ ਹੈ। ਗੁਰ ਕੈ, ਗੁਰੂ ਦੇ ਪਿਆਰ ਰਾਹੀਂ ਉਹ ਸਹਿਜ ਅਵਸਥਾ 'ਚ ਰਹਿੰਦੇ ਨੇ, ਨਾਮ 'ਚ ਰੰਗੇ ਰਹਿੰਦੇ ਨੇ, ਖੁਸ਼ ਰਹਿੰਦੇ ਨੇ। ਭਗਤੀ ਰੰਗ ਨਾ ਉਤਰੇ, ਭਗਤੀ ਦਾ ਰੰਗ ਕਦੇ ਲਹਿਦਾ ਨਹੀਂ। ਸਹਿਜੇ ਰਹਿ ਸਮਾਏ, ਉਹ ਸਹਿਜ ਸੁਭਾਅ ਹੀ ਅਡੋਲ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਹਨ। ਸਹਿਜ ਅਵਸਥਾ ਗਿਆਨ ਦੀ ਅਵਸਥਾ ਨੂੰ ਕਹਿੰਦੇ ਨੇ। ਜਦੋਂ ਸਾਨੂੰ ਬ੍ਰਹਮ ਗਿਆਨ ਹੋ ਜਾਏ ਉਹਨੂੰ ਸਹਿਜ ਦੀ ਅਵਸਥਾ ਕਹਿੰਦੇ। ਉੱਥੇ ਜਾ ਕੇ ਬੰਦਾ ਅਡੋਲ ਹੋ ਜਾਂਦਾ, ਉਹਦਾ ਮਨ ਦੁੱਖ ਸੁੱਖ ਦੇ ਵਿੱਚ ਖੁਸ਼ੀ ਗਮੀ ਡੋਲਦਾ ਨਹੀਂ ਹੈ, ਉਹ ਸਹਿਜ ਅਵਸਥਾ ਹੁੰਦੀ। ਪੌੜੀ, ਸਿਸ਼ਟ ਉਪਾਈ ਸਭ ਤੁਧ ਆਪੇ, ਰਿਜ਼ਕ ਜੱਜੇ ਦੇ ਪੈਰ 'ਚ ਬਿੰਦੀ। ਫਾਰਸੀ ਦਾ ਸ਼ਬਦ ਹੈ ਰਿਜ਼ਖ, ਖੱਖੇ ਨਾਲ, ਉੱਥੇ ਕੱਕੇ ਥਾਂ ਦੇ ਫਾਰਸੀ 'ਚ ਖੱਖਾ ਰਿਜ਼ਖ, ਉੱਥੇ ਗੁਰਬਾਣੀ 'ਚ ਰਿਜ਼ਕ ਬਣਾ ਲਿਆ। ਸਿਸ਼ਟ ਉਪਾਈ ਸਭ ਤੁਧ ਆਪੇ, ਰਿਜ਼ਕ ਸੰਭਾਹਿਆ, ਸੰਭਾਹਿਆ ਹੁੰਦਾ ਪਹੁੰਚਾਉਣਾ, ਪਹੁੰਚਾਉਣਾ। ਪਰਮਾਤਮਾ ਨੇ ਜਿੱਥੇ ਜਿੱਥੇ ਜੀਵ ਪੈਦਾ ਕੀਤੇ ਨੇ ਉਹਨਾਂ ਦਾ ਰਿਜ਼ਕ ਉੱਥੇ ਉੱਥੇ ਪਹੁੰਚਾਉਂਦਾ ਹੈ। ਜਿਹੜੇ ਖੁੱਡਾਂ 'ਚ ਰਹਿੰਦੇ ਨੇ ਖੁੱਡਾਂ ਤੱਕ ਉਹਨਾਂ ਦਾ ਰਿਜ਼ਕ ਪਹੁੰਚਦਾ, ਜਿਹੜੇ ਦਰਖਤਾਂ 'ਤੇ ਰਹਿੰਦੇ ਦਰਖਤਾਂ ਤੱਕ ਪਹੁੰਚਦਾ ਹੈ, ਜਿਹੜੇ ਜੰਗਲਾਂ 'ਚ ਰਹਿੰਦੇ ਨੇ ਜੰਗਲਾਂ ਤੱਕ ਪਹੁੰਚਦਾ ਹੈ, ਜਿਹੜੇ ਪਹਾੜਾਂ 'ਤੇ ਰਹਿੰਦੇ ਨੇ ਪਹਾੜਾਂ ਤੱਕ ਪਹੁੰਚਦਾ ਹੈ। ਮਨੁੱਖ ਦੇ ਵਿੱਚ ਹਉਮੈ ਹੋਣ ਕਰਕੇ ਪਰਮਾਤਮਾ ਇਹਦੇ ਤੱਕ ਰਿਜ਼ਕ ਨਹੀਂ ਪਹੁੰਚਾਉਂਦਾ। ਜੇ ਤੇ ਨਾਮ ਜਪਦਾ ਰਹੇ ਫਿਰ ਤੇ ਪਰਮਾਤਮਾ ਪਹੁੰਚਾਉਂਦਾ ਰਹਿੰਦਾ ਵੀ ਠੀਕ ਹੈ, ਇਹ ਮੇਰੇ ਆਖੇ ਲੱਗਦੇ ਨੇ, ਮੈਨੂੰ ਨਾਮ ਜਪਣ ਭੇਜਿਆ ਸੀ, ਨਾਮ ਜਪ ਰਹੇ ਨੇ। ਸਾਡਾ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਪਰਮਾਤਮਾ ਦਾ ਫਰਜ਼ ਬਣ ਜਾਂਦਾ ਹੈ। ਜਦੋਂ ਸਾਡੇ 'ਚ ਹਉਮੈ ਆਉਂਦੀ ਹੈ ਫਿਰ ਜਿਹੜਾ ਉਹ ਕਹਿ ਚੰਗਾ ਫਿਰ ਆਪਣਾ ਕਮਾ ਲੈ ਖਾ ਲੈ, ਉਹ ਕਹਿੰਦਾ ਕਮਾ ਲੈ ਖਾ ਲੈ, ਜਿਹੋ ਜਿਹਾ ਮਰਜ਼ੀ ਕਮਾ ਲਓ, ਉਹ ਜਿਹਾ ਖਾਈ ਜੇ। ਮੈਂ ਤੈਨੂੰ ਖਾਣ ਨੂੰ ਨਹੀਂ ਦੇਣਾ, ਮੈਂ ਖਾਣ ਨੂੰ ਉਸ ਨੂੰ ਦੇਣਾ ਜਿਹੜਾ ਮੇਰੇ 'ਤੇ ਨਿਰਭਰ ਹੈ। 83,99,999 ਜੂਨੀਆਂ ਪਰਮਾਤਮਾ 'ਤੇ ਨਿਰਭਰ ਹਨ। ਇੱਕ ਮਨੁੱਖ ਹੈ ਜਿਹੜਾ ਆਪਣੇ ਆਪ 'ਤੇ ਨਿਰਭਰ ਹੈ, ਇਸੇ ਲਈ ਦੁਖੀ ਹੈ ਬਸ। ਇਸ ਲਈ 18 ਕਰੋੜ ਹਿੰਦੁਸਤਾਨ ਦੇ ਲੋਕ ਰਾਤ ਨੂੰ ਭੁੱਖੇ ਸੌਂਦੇ ਨੇ, ਉਹਨਾਂ ਤੱਕ ਰਿਜ਼ਕ ਨਹੀਂ ਪਹੁੰਚਦਾ। ਬਾਕੀ ਜੰਗਲਾਂ 'ਚ ਜੰਗਲਾਂ ਜਾਨਵਰ ਰਹਿੰਦੇ ਨੇ, ਉੱਥੇ ਕਿਹੜਾ ਕੋਈ ਉਹਨਾਂ ਨੂੰ ਖਾਣ ਪੀਣ ਨੂੰ ਦਿੰਦਾ ਕੋਈ। ਜਾਂ ਤਾਂ ਜਿਵੇਂ ਤੁਸੀਂ ਜਿਹੜਾ ਜਾਨਵਰ ਰੱਖਿਆ ਹੋਇਆ, ਮੱਝ ਰੱਖੀ ਹੈ, ਗਾਂ ਰੱਖੀ ਹੈ, ਕੁੱਤਾ ਰੱਖਿਆ, ਬਿੱਲੀ ਰੱਖੀ ਹੈ, ਤੋਤਾ ਰੱਖਿਆ, ਤੁਹਾਡੀ ਜ਼ਿੰਮੇਵਾਰੀ ਹੈ ਨਾ, ਕਿਉਂਕਿ ਉਹਨੂੰ ਤੁਸੀਂ ਰੱਖਿਆ ਹੋਇਆ, ਉਹਨਾਂ ਨੂੰ ਛੱਡ ਦਿਓ ਫਿਰ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ। ਉਹਨਾਂ ਦੇ ਰੱਸੇ ਰੁੱਸੀਏ ਖੋਲ੍ਹ ਦਿਓ, ਉਹਨਾਂ ਨੂੰ ਉਹ 'ਚੋਂ ਕੱਢ ਦਿਓ ਜੰਗਲਿਆਂ 'ਚੋਂ, ਫਿਰ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ, ਫਿਰ ਉਹਨਾਂ ਰੱਬ ਪਾਲੇਗਾ। ਤੁਸੀਂ ਰੱਖਿਆ ਹੋਇਆ ਤੁਸੀਂ ਪਾਲੋ ਉਹਨਾਂ ਨੂੰ, ਫਿਰ ਤੁਹਾਡੀ ਜ਼ਿੰਮੇਵਾਰੀ ਹੈ। ਨਹੀਂ ਪਾਲੋਗੇ ਪਾਪ ਲੱਗੇਗਾ। ਆਹ ਬੱਚੇ ਤੁਸੀਂ ਸਮਝਦੇ ਤਾਂ ਸਾਡੇ ਨੇ, ਪਾਲੋ, ਫਿਰ ਨਹੀਂ ਪਾਲੋਗੇ ਪਾਪ ਲੱਗੂ। ਜੇ ਕਹੋਗੇ ਤਾਂ ਪਰਮਾਤਮਾ ਹੁੰਦੇ ਨੇ, ਮੈਨੂੰ ਤਾਂ ਨਾ ਪਾਲਣ ਦਿੱਤਾ, ਪਾਪਾ ਭੇਜੇਗਾ ਤੁਹਾਨੂੰ, ਫਿਰ ਉਹਨਾਂ ਦਾ ਭੋਜਨ ਤੁਹਾਨੂੰ ਭੇਜੇਗਾ। ਪਰ ਕੌਣ ਕਹਿੰਦਾ ਪਰਮਾਤਮਾ ਦੇ ਨੇ?
ਮੈਂ ਉਹੀ ਕਹੀ ਮੇਰੇ ਬੱਚੇ ਪਰਮਾਤਮਾ ਦੇ ਨੇ ਜੀ। ਜਿੱਦੇ ਇੱਕ ਮਰ ਗਿਆ ਫਿਰ ਰੋਵਾਂਗਾ, ਹੁਣ ਕਿਉਂ ਰੋਣਾ ਬਈ ਜੋ ਤੇਰੇ ਹੈ ਨਹੀਂ। ਕਿ ਅਸੀਂ ਗੁਆਂਢੀਆਂ ਦੇ ਬੱਚੇ ਲਈ ਰੋਨੇ ਹਾਂ? ਜਦੋਂ ਭੋਗ ਪੈਂਦਾ 15 ਮਿੰਟ ਪਹਿਲਾਂ ਲੋਕ ਜਾਂਦੇ ਨੇ, ਕਾਹਦੇ ਲਈ? ਵੀ ਸਾਡੀ ਹਾਜ਼ਰੀ ਲਾ ਲ ਪਈ, ਅਸੀਂ ਆ ਗਏ ਹਾਂ। ਸਿਰਫ ਹਾਜ਼ਰੀ ਲਾਉਣ ਜਾਂਦੇ ਨੇ। ਦੁੱਖ ਦੱਖ ਕੋਈ ਨਹੀਂ ਹੈਗਾ। ਦੁੱਖ ਤਾਂ ਐਵੇਂ 2-4 ਨੂੰ ਹੁੰਦਾ, ਜਿਹੜੇ ਉਮੀਦ ਰੱਖਦੇ ਸਨ ਕਿ ਇਸ ਤੋਂ ਸਾਨੂੰ ਕੋਈ ਫਾਇਦਾ ਹੋਵੇਗਾ। ਤੁਸੀਂ ਤਾਂ ਰੋਂਦੇ ਹੋ। ਬੰਦਾ ਬੰਦੇ ਨੂੰ ਤਾਂ ਰੋਂਦਾ ਉਸ ਤੋਂ ਉਮੀਦ ਸੀ ਇਸ ਤੋਂ ਮੈਨੂੰ ਫਾਇਦਾ ਹੋਵੇਗਾ ਜਾਂ ਹੋ ਰਿਹਾ ਸੀ। ਬੁੱਢਿਆਂ ਨੂੰ ਕਿਉਂ ਨਹੀਂ ਰੋਂਦੇ? ਉਹ ਮਰਨ 'ਤੇ ਲੱਡੂ ਵੰਡਦੇ ਨੇ, ਕਈ ਪ੍ਰਕਾਰ ਦਾ ਭੋਜਨ ਤਿਆਰ ਕਰਦੇ ਨੇ। ਅੱਜ ਮਰਗ ਦੇ ਭੋਗ ਪੈਂਦੇ ਨੇ, ਕਿੰਨੇ ਪ੍ਰਕਾਰ ਦਾ ਮਿੱਠਾ ਬਣਾਇਆ ਹੁੰਦਾ ਅਗਲੇ ਨੇ, ਵੀ ਆਹ ਬੜਾ ਚੰਗਾ ਸਾਡਾ ਬੁੱਢਾ ਬੁੱਢੀ ਮਰ ਗਏ ਨੇ। ਮਠਿਆਈਆਂ ਵੰਡਣਾ, ਜਲੇਬੀਆਂ ਕੱਢ ਕੱਢ ਕੇ ਲੋਕਾਂ ਨੂੰ ਖਵਾਉਣੀਆਂ, ਖੀਰਾਂ ਖਵਾਉਣੀਆਂ, ਆਈਸਕ੍ਰੀਮ ਖਵਾਉਣੀਆਂ, ਇਹ ਤਾਂ ਮਤਲਬ ਖੁਸ਼ੀ ਮਨਾਈ ਜਾ ਰਹੀ ਹੈ। ਉੱਤੋਂ ਤੇ ਕਿਹਾ ਉਹ ਬੜਾ ਮਾੜਾ ਸਾਡਾ ਬੁੱਢਾ ਮਰ ਗਿਆ, ਵਿੱਚ ਤਾਂ ਫਿਰ ਖੁਸ਼ੀ ਮਨਾਈ ਜਾ ਰਹੀ ਹੈ। ਇਹ ਉਹ ਕਿਉਂ ਮਨਾਈਏ? ਸ਼ੁਕਰ ਹੈ ਮਰਿਆ, ਸ਼ੁਕਰ ਹੈ ਮਰਿਆ, ਮਗਰੋਂ ਲੱਥਾ। ਸੇਵਾ ਕਰਨੀ ਪੈਂਦੀ ਸੀ, ਹਰ ਵਕਤ ਬੱਝ ਕੇ ਰਹਿਣਾ ਪੈਂਦਾ ਸੀ ਇੱਕ ਜੀ ਨੂੰ। ਤੁਸੀਂ ਪੁੱਤਰ ਕਿਉਂ ਚਾਹੁੰਦੇ ਹੋ ਲੜਕੀ ਦੀ ਥਾਂ 'ਤੇ? ਕਿਉਂ ਚਾਹੁੰਦੇ ਹੋ? ਤੁਹਾਨੂੰ ਪਤਾ ਹੈ ਲੜਕੀ ਤਾਂ ਵਿਆਹੀ ਜਾਣੀ ਹੈ, ਇਹ ਤਾਂ ਮੇਰੇ ਕੰਮ ਨਹੀਂ ਆਉਣੀ ਕਿਸੇ ਬੁਢਾਪੇ 'ਚ। ਪੁੱਤਰ ਸ਼ਾਇਦ ਮੈਨੂੰ ਬੁਢਾਪੇ 'ਚ ਸਾਂਭੇਗਾ ਜੇ ਮੈਂ ਕਮਾਉਣ ਯੋਗ ਨਾ ਰਿਹਾ, ਕੰਮ ਨਾ ਕਰ ਸਕਿਆ, ਮੰਜੇ 'ਤੇ ਪੈ ਗਿਆ, ਫਿਰ ਮੇਰਾ ਪੁੱਤਰ ਕਿਉਂਕਿ ਮੇਰੇ ਕੋਲ ਹੋਵੇਗਾ ਉਹ ਮੈਨੂੰ ਪਾਲੇਗਾ। ਇਸ ਲਈ ਤੁਸੀਂ ਪੁੱਤਰ ਚਾਹੁੰਦੇ ਹੋ, ਹੋਰ ਤਾਂ ਕੋਈ ਲੈਣਾ ਦੇਣਾ ਨਹੀਂ ਹੈ, ਹੋਰ ਕੋਈ ਲੈਣਾ ਦੇਣਾ ਨਹੀਂ ਹੈ। ਇਸ ਲਈ ਪੁੱਤਰ ਚਾਹੁੰਦੇ ਹੋ ਕਿ ਲੜਕੀ ਨੇ ਤਾਂ ਸੇਵਾ ਨਹੀਂ ਕਰਨੀ, ਉਹ ਤਾਂ ਵਿਆਹ ਕੇ ਪਤਾ ਨਹੀਂ ਕਿੱਥੇ ਜਾਣੀ ਹੈ, ਕਿੱਡੀ ਦੂਰ ਜਾਣੀ, ਕਿੱਥੇ ਵਿਆਹ ਦੀ ਅਸੀਂ ਉਸ ਨੂੰ। ਵੀ ਲੜਕਾ ਕੋਲ ਰਹੇਗਾ, ਇਹ ਸੇਵਾ ਕਰੇਗਾ, ਇਹ ਖੱਟ ਕਮਾ ਕੇ ਲਿਆਵੇਗਾ, ਤਾਂ ਤੁਸੀਂ ਲੜਕਾ ਚਾਹੁੰਦੇ ਹੋ। ਜੇ ਕਿਤੇ ਜੋਤਸ਼ੀ ਤੁਹਾਨੂੰ ਦੱਸਦੇ ਬੀਬੀ ਆ ਜਿਹੜਾ ਤੇਰੇ ਲੜਕਾ ਹੋ ਰਿਹਾ ਨੇ ਤੈਨੂੰ ਮਾਰੂ, ਤੁਸੀਂ ਅਬਾਰਸ਼ਨ ਕਰਾ ਦਿਓਗੇ। ਜਿਵੇਂ ਜੇ ਪਤਾ ਲੱਗ ਲੜਕੀ ਹੋ ਅਬਾਰਸ਼ਨ ਕਰਾਉਂਦੇ ਨੇ। ਇਸ ਤੋਂ ਅਸੀਂ ਕੀ ਲੈਣਾ? ਇਹ ਤਾਂ ਬੋਝ ਹੀ ਹੈ ਸਾਡੇ 'ਤੇ। ਪਹਿਲਾਂ ਨੂੰ 20-25 ਸਾਲ ਪਾਲੀ ਜਾਓ, ਪੜ੍ਹਾਈ ਜਾਓ ਜੀ, ਖਰਚਾ ਕਰੀ ਜਾਓ, ਫਿਰ ਇਹਦੇ ਵਿਆਹ 'ਤੇ ਕਿੰਨਾ ਦਾਜ 'ਤੇ ਖਰਚਾ ਕਰੋ, ਬਰਾਤ 'ਤੇ ਖਰਚਾ ਕਰੋ। ਇਸ ਤੋਂ ਫਾਇਦਾ ਤਾਂ ਕੋਈ ਹੈ ਨਹੀਂ। ਇਹ ਤਾਂ ਫਾਇਦਾ ਵੀ ਮੁੰਡੇ ਤੋਂ ਫਾਇਦਾ ਹੈ ਤਾਂ ਚਾਹੁੰਦੇ। ਕੰਸ ਨੂੰ ਦੱਸਦਾ ਜੋਤਸ਼ੀ ਨੇ ਤੇਰਾ ਭਾਣਜਾ ਹੀ ਤੈਨੂੰ ਮਾਰੂਗਾ। ਉਹ ਭੈਣ ਦੇ ਘਰ ਜਿਹੜਾ ਬੱਚਾ ਪੈਦਾ ਹੁੰਦਾ ਉਹਨੂੰ ਹੀ ਮਾਰ ਦਿੰਦਾ ਸੀ, ਉਹਨੂੰ ਮਾਰ ਦਿੰਦਾ। ਪਰ ਜਿਹਨੇ ਮਾਰਨਾ ਸੀ ਉਹ ਬਚ ਗਿਆ, ਬਚ ਗਿਆ। ਫਿਰ ਕ੍ਰਿਸ਼ਨ ਮਹਾਰਾਜ ਨੇ ਹੀ ਕੰਸ ਨੂੰ ਮਾਰਿਆ ਸੀ। ਕੰਸ ਦਾ ਭਾਣਜਾ ਸੀ ਕ੍ਰਿਸ਼ਨ ਮਹਾਰਾਜ। ਸੋ ਇਸ ਲਈ ਅਸੀਂ ਆਪਣੇ ਸਵਾਰਥ ਲਈ ਪੁੱਤਰ ਚਾਹੁੰਦੇ ਹਾਂ, ਹੋਰ ਕੋਈ ਗੱਲ ਨਹੀਂ। ਇਹ ਮਨੁੱਖ ਸਵਾਰਥ 'ਤੇ ਖੜ੍ਹਾ ਹੈ ਵੀ ਲੜਕੀ ਤੋਂ ਕੀ ਫਾਇਦਾ ਹੋਏਗਾ। ਹਾਲਾਂਕਿ ਹੁਣ ਲੜਕੀ ਦਾ ਫਾਇਦਾ, ਪੁੱਤਰ ਦਾ ਫਾਇਦਾ ਹੀ ਕੋਈ ਨਹੀਂ ਰਿਹਾ। ਇੱਕ ਮਾਂ ਆਉਂਦੀ ਹੁੰਦੀ ਹੈ, ਬਾਬਾ ਜੀ ਮੇਰਾ ਪੁੱਤਰ ਕਦੋਂ ਮਰੇਗਾ, ਆਹੀ ਪੁੱਛਦੀ ਹੈ ਵਿਚਾਰੀ, ਜੋ 2-3 ਮਹੀਨੇ ਬਾਅਦ ਆਉਂਦੀ। ਕਹਿੰਦੇ ਅਸੀਂ ਬੜੇ ਦੁਖੀ ਹਾਂ ਜੀ, ਇਹ ਘਰ ਦੇ ਭਾਂਡੇ ਵੇਚ ਦਿੰਦਾ, ਜੋ ਘਰ 'ਚ ਮੈਂ ਹਰ ਵਕਤ ਮੈਂ ਘਰ 'ਚ ਬੈਠੀ ਨਹੀਂ ਰਹਿੰਦੀ, ਇਹ ਚੀਜ਼ ਕਰਦੇ ਚੀਜ਼ਾਂ ਵੇਚ ਦਿੰਦਾ, ਕੰਮ ਕੋਈ ਕਰਦਾ ਨਹੀਂ, ਸ਼ਰਾਬ ਪੀ ਕੇ ਪਿਆ ਰਹਿੰਦਾ। ਮੈਂ ਜੀ ਅਜੇ ਤਾਂ 4-5 ਸਾਲ ਮਰਦਾ ਨਹੀਂ। ਕਹਿੰਦੇ ਓਹੋ ਇਹ ਪਤਾ ਨਹੀਂ ਕਦੋਂ ਮਰੇਗਾ, ਕੋਈ ਪਾਠ ਦੇ ਦਿਓ ਬਾਬਾ ਜੀ ਛੇਤੀ ਮਰ ਜੇ। ਮੈਂ ਉਹ ਮੇਰੇ ਕੋਲ ਕੋਈ ਪਾਠ ਨਹੀਂ ਜੀ, ਜਿੰਨੀ ਕੁ ਉਮਰ ਲਿਖਾ ਕੇ ਲਿਆ ਉਨੀ ਭੋਗੇਗਾ। ਮੈਂ ਬ੍ਰਹਮ ਗਿਆਨੀ ਨਹੀਂ ਵੀ ਮੈਂ ਕਿਸੇ ਨੂੰ ਮਾਰ ਦਿਆ ਅਤੇ ਜਿਉਂਦਾ ਕਰ ਸਕਾਂ, ਇਹ ਵੀ ਨਹੀਂ। ਇੱਕ ਮੁੰਡੇ ਨੂੰ 5 ਸਾਲ ਕੈਦ ਹੋ ਗਈ, ਉਹ ਮੁੰਡਾ ਜ਼ਮਾਨਤ ਕਰਾਉਣ ਲੱਗਾ, ਉਹਦੀ ਮਾਂ ਆ ਗਈ ਮੇਰੇ ਕੋਲ, ਬਾਬਾ ਜੀ ਮੇਰੇ ਮੁੰਡੇ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ, ਮੈਨੂੰ ਪਾਠ ਦੇ ਦਿਓ ਮੇਰੇ ਮੁੰਡੇ ਦੀ ਜ਼ਮਾਨਤ ਹੀ ਨਾ ਹੋਵੇ। ਮੈਂ ਕਿਉਂ? ਕਹਿੰਦੇ ਉਹਨੇ ਸਾਨੂੰ ਬੜਾ ਦੁਖੀ ਕੀਤਾ ਸੀ, ਉਹ ਜ਼ਮਾਨਤ ਜਾ ਕੇ ਫਿਰ ਸਾਨੂੰ ਦੁਖੀ ਕਰੇਗਾ, ਚੰਗੇ ਉਹ ਜੇਲ੍ਹ 'ਚ ਹੀ ਹੈ।
ਸੋ ਇਸ ਲਈ ਕੋਈ ਗਰੰਟੀ ਨਹੀਂ ਕਿ ਜਿਸ 'ਤੇ ਤੁਸੀਂ ਉਮੀਦ ਲਾਈ ਹੋਈ ਹੈ ਉਹ ਤੁਹਾਡੀ ਉਸ ਤਰ੍ਹਾਂ ਸਹਾਇਤਾ ਕਰੇ, ਇਹ ਕੋਈ ਗਰੰਟੀ ਨਹੀਂ ਹੈ। ਸੋ ਗੁਰੂ ਮਹਾਰਾਜ ਕਹਿੰਦੇ ਉਸ ਪਰਮਾਤਮਾ 'ਤੇ ਨਿਰਭਰ ਹੋ ਜਾਓ, ਆਪੇ ਸਭ ਕੁਝ ਕਰੇਗਾ। ਬੰਦੇ 'ਚ ਹਉਮੈ ਹੋਣ ਕਰਕੇ ਪਰਮਾਤਮਾ 'ਤੇ ਨਿਰਭਰ ਨਹੀਂ ਹੁੰਦਾ। ਇਹ ਕਹਿੰਦਾ ਘਰ ਮੈਂ ਪਾਇਆ, ਮੈਂ ਪੜ੍ਹਿਆ, ਮੈਂ ਮਿਹਨਤ ਕੀਤੀ ਹੈ, ਮੈਂ ਨੌਕਰੀ 'ਤੇ ਲੱਗਿਆ, ਮੈਂ ਬਚਾ ਕੇ ਘਰ ਪਾਇਆ, ਇਹ 'ਚ ਰੱਬ ਦਾ ਕੀ ਕੰਮ ਹੈ? ਉਹ ਕਹਿ ਲੱਗਾ ਰਿਹਾ ਫਿਰ। ਜੇ ਮੈਂ ਕਰਕੇ ਘਰ ਪੈਂਦਾ ਹੁੰਦਾ ਸਾਰੇ ਮਜ਼ਦੂਰ ਘਰ ਪਾ ਲੈਂਦੇ, ਇਹ ਤਾਂ ਸਾਰੇ ਪਾ ਲੈਂਦੇ। ਸਾਨੂੰ ਪਰਮਾਤਮਾ ਨੇ ਦੌਲਤ ਦਿੱਤੀ ਹੈ, ਅਸੀਂ ਇਸ ਲਈ ਪਾਇਆ। ਇਹ ਨਾ ਕਹੋ ਮੈਂ ਮੇਰੇ ਕੋਲੇ ਧਨ ਹੈ, ਉਹਦੇ ਦਿੱਤਾ ਹੋਇਆ। ਹਉਮੈ ਕਾਰਨ ਪਰਮਾਤਮਾ ਸਾਡੀ ਸਹਾਇਤਾ ਨਹੀਂ ਕਰਦਾ। ਜੇ ਅਸੀਂ ਦਿਨ ਰਾਤ ਉਹਦਾ ਨਾਮ ਜਪੀ ਜਾਵਾਂਗੇ ਫਿਰ ਪਰਮਾਤਮਾ ਜਿੱਥੇ ਅਸੀਂ ਬੈਠੇ ਹਾਂ ਉੱਥੇ ਸਾਨੂੰ ਭੋਜਨ ਭੇਜੇਗਾ। ਕਿਸੇ ਰਾਹੀਂ ਭੇਜੇ, ਕਿਹੜੇ ਭੇਜੇ? ਸੰਤ ਅਤਰ ਸਿੰਘ ਮਹਾਰਾਜ ਹਜ਼ੂਰ ਸਾਹਿਬ ਚਲੇ ਗਏ, ਗੋਦਾਵਰੀ ਨਦੀ 'ਚ ਚੌਂਕੜਾ ਮਾਰ ਕੇ ਬਹਿ ਗਏ। ਧੌਣ ਤੋਂ ਉੱਪਰ ਸਿਰ ਨੰਗਾ, ਬਾਕੀ ਸਾਰਾ ਸਰੀਰ ਪਾਣੀ ਡੁੱਬਿਆ ਹੋਇਆ। 1 ਦਿਨ 2 ਦਿਨ 3 ਦਿਨ ਲੰਘ ਗਏ, ਬਾਹਰ ਨਹੀਂ ਨਿਕਲੇ, ਕੋਈ ਖਾਧਾ ਨਹੀਂ, ਕੋਈ ਪੀਤਾ ਨਹੀਂ। 10ਵੇਂ ਪਾਤਸ਼ਾਹ ਭਾਈ ਨਾਨੂ ਜੀ ਉਦੋਂ ਜਥੇਦਾਰ ਹੋਇਆ ਕਰਦੇ ਸਨ ਹਜ਼ੂਰ ਸਾਹਿਬ ਦੇ। ਉਹਨਾਂ ਨੂੰ ਸੁਪਨੇ 'ਚ ਮਿਲੇ, ਕਿਉਂਕਿ ਇੰਨੀ ਉਦੋਂ ਅਵਸਥਾ ਜਥੇਦਾਰ ਦੀ ਉੱਚੀ ਨਹੀਂ ਹੋਣੀ ਕਿ ਉਹਨਾਂ ਨੂੰ ਸਾਹਮਣੇ ਦਰਸ਼ਨ ਦਿੰਦੇ। ਸੁਪਨੇ ਮਿਲੇ ਵੀ ਮੇਰਾ ਇੱਕ ਸਿੱਖ ਗੋਦਾਵਰੀ ਨਦੀ 3 ਦਿਨ ਦਾ ਭੁੱਖਾ ਬੈਠਾ, ਉਹਨੂੰ ਕੱਢ ਰੋਟੀ ਦੇ ਕੇ ਆ। ਉਹ ਲੰਗਰ ਲੈ ਕੇ ਤੇ ਚੱਲ ਪਏ। 1-2 ਕਿਲੋਮੀਟਰ ਤੱਕ ਗਏ, ਕਿਤੇ ਕੋਈ ਬੰਦਾ ਨਹੀਂ ਉਹਨਾਂ ਨੂੰ ਦੱਸਿਆ, ਵਾਪਸ ਆ ਗਏ। ਰਾਤੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲੇ ਭਾਈ ਨਾਨੂ ਨੂੰ, ਕਹਿ ਤੂੰ ਲੰਗਰ ਨਹੀਂ ਛਕਾ ਕੇ ਸਾਡਾ ਸਿੱਖ 4 ਦਿਨ ਦਾ ਭੁੱਖਾ ਬੈਠਾ। ਕਹਿ ਜੀ ਮੈਨੂੰ ਤਾਂ ਲੱਭਿਆ ਨਹੀਂ ਕਿਤੇ। ਕਹਿੰਦੇ ਧਿਆਨ ਨਾਲ ਤੁਰਿਆ ਜਾਈ, ਉਹਦਾ ਸਿਰ ਤੈਨੂੰ ਦੱਸੇਗਾ ਸਿਰਫ। ਉਹ ਤੁਰੇ ਗਏ, ਧਿਆਨ ਨਾਲ ਵੇਖੀ ਗਏ, ਵੇਖੀ ਇੱਕ ਥਾਂ 'ਤੇ ਉਹਨਾਂ ਨੂੰ ਸਿਰ ਦੱਸਿਆ। ਕਹਿੰਦੇ ਉਹਦਾ ਨਾਂ ਹੈ ਅਤਰ ਸਿੰਘ। ਅਤਰ ਸਿੰਘ ਕਹਿ ਕੇ ਆਵਾਜ਼ ਮਾਰੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇਰੇ ਲਈ ਲੰਗਰ ਭੇਜਿਆ, ਆ ਕੇ ਛਕ ਲੈ। ਅਤੇ ਉਹਨੇ ਆਵਾਜ਼ ਮਾਰੀ, ਅਤਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਲਈ ਲੰਗਰ ਭੇਜਿਆ, ਬਾਹਰ ਆ ਕੇ ਛਕ ਲਓ। ਅਤੇ ਫਿਰ ਸੰਤ ਅਰਦਾਸ ਸਿੰਘ ਬਾਹਰ ਆ ਕੇ ਲੰਗਰ ਛਕੇ, ਕਿਉਂਕਿ 10ਵੇਂ ਪਾਤਸ਼ਾਹ 'ਤੇ ਨਿਰਭਰ ਹੋ ਗਏ ਉਹ। ਅਸੀਂ ਹੋ ਨਹੀਂ ਸਕਦੇ, ਸਾਡੀ ਹਉਮੈ ਸਾਨੂੰ ਹੋਣ ਨਹੀਂ ਦਿੰਦੇ। ਸਾਡੇ ਅੰਦਰ ਹਉਮੈ ਹੈ, ਜਿੱਦੇ ਹਉਮੈ ਖਤਮ ਹੋ ਗਈ ਸਾਰਾ ਫਿਕਰ ਹੀ ਰੱਬ ਨੂੰ ਹੋ ਜਾਣਾ ਸਾਡਾ। ਇਸ ਲਈ ਜਿਹੜੇ ਚੌਂਕੜੇ ਮਾਰ ਕੇ ਰੱਬ ਦਾ ਨਾਮ ਜਪਦੇ ਰਹਿੰਦੇ ਨੇ ਪਰਮਾਤਮਾ ਸਭ ਕੁਝ ਵਾਧੂ ਕਰਦੇ ਉਹਨਾਂ ਦੇ ਅੱਗੇ। ਵਿਆਹ ਲੈ ਚੱਕ ਵੇ ਨਾਮ ਜਪਿਆ ਕਰੋ ਵੱਧ। ਜਿੰਨੇ ਸਾਡੇ ਵਰਗੇ ਵਿਹਲੇ ਹੋ ਗਏ, ਰਿਟਾਇਰ ਹੋ ਗਏ ਨੇ, ਹੁਣ ਅੱਜ ਤੋਂ 10-15 ਸਾਲ ਬਾਅਦ ਜਿਹੜੇ ਰਿਟਾਇਰ ਹੋਣਗੇ ਨਾ, ਕਿਸੇ ਤੋਂ ਨਾਮ ਨਹੀਂ ਜਪ ਹੋਣਾ, ਕਿ ਪੈਨਸ਼ਨ ਮਿਲਣੀ ਨਹੀਂ, ਛੇਤੀ ਮਰ ਮੁਰ ਜਾਇਆ ਕਰਨਗੇ। ਕਿੰਨੇ ਕੁ ਪੈਸੇ ਬੰਦਾ ਜੋੜ ਸਕਦਾ ਹੈ ਕਿ ਉਹ 20-25 ਸਾਲ ਮਗਰੋਂ ਖਾਂਦਾ ਰਹੇ। ਹੁਣ ਸਾਡੇ ਬਾਰੇ 20-21 ਸਾਲ ਹੋ ਗਏ ਰਿਟਾਇਰ ਹੋਏ। ਜੇ ਸਪੋਜ਼ ਕਿ ਸਰਕਾਰ ਪੈਨਸ਼ਨ ਨਾ ਦਿੰਦੀ, ਮੈਂ ਇੱਕ ਦਿਨ ਸੋਚ ਰਿਹਾ ਸੀ ਵੀ ਜੇ ਸਰਕਾਰ ਪੈਨਸ਼ਨ ਨਾ ਦਿੰਦੀ ਸ਼ਾਇਦ ਜਾਣ ਤੂੰ ਵੀ ਆਤਮ ਹੱਤਿਆ ਹੁਣ ਤੱਕ ਕਰ ਲੈਂਦਾ। ਵੀ ਕਾਹਦਾ ਗੁਜ਼ਾਰਾ ਕਰੀਏ, ਬੁਢਾਪੇ ਕੰਮ ਤਾਂ ਕੋਈ ਹੁੰਦਾ ਨਹੀਂ ਹੈ, ਕੋਈ ਮਜ਼ਦੂਰੀ ਨਹੀਂ ਕਰਨ, ਕੋਈ ਕੰਮ ਨਹੀਂ ਕਰਨ ਦਾ, ਅਤੇ ਪੈਸਾ ਕਿੱਥੋਂ ਆਏਗਾ ਜੀ? ਦੇਖਿਓ ਤੁਸੀਂ, ਸਾਰੀਆਂ ਨੌਕਰੀਆਂ ਹੁਣ ਹੋ ਗਈਆਂ ਨਾ ਬਿਨਾਂ ਪੈਨਸ਼ਨ ਦੇ। ਬਸ ਜੇ ਰਿਟਾਇਰ 4-5 ਸਾਲ ਬਾਅਦ ਮਰ ਜਾਇਆ ਕਰਨਗੇ। ਜਿਹੜੇ ਪੈਸੇ ਮਿਲਣਗੇ 4-5 ਸਾਲ ਮੁੱਕ ਜਾਣੇ ਨੇ। ਉਹ ਕੋਈ ਕਿਸੇ ਦੇ ਬੱਚੇ ਦਾ ਵਿਆਹ ਕਰਨਾ ਪੈ ਗਿਆ, ਕਿਤੇ ਬਿਮਾਰੀ 'ਤੇ ਲਾਉਣਾ ਪੈ ਗਿਆ, ਖਤਮ। ਜਿਹਦੇ ਮੁੱਕ ਗਏ, ਪੱਕੀ ਨਹਿਰ ਨੇੜੇ ਹੀ ਹੈ। ਉਹ ਇਸੇ ਲਈ ਬਣਾਈ ਸਰਕਾਰ ਨੇ ਵੀ ਤਿਲਕ ਜਿਹੜਾ ਹੈ ਹੱਥ ਵੀ ਨਾ ਕਿਤੇ ਪਵੇ। ਚੱਲ ਬਈ ਸੱਜਾ ਚੱਲ, ਇੱਕ ਵਾਰੀ ਖੜਾ ਛੁੱਟਿਆ ਤੇਰਾ, ਹੋਰ ਕੀ ਕਰੇਗਾ ਉਹ। ਬਾਹਰਲੇ ਦੇਸ਼ਾਂ 'ਚ ਪੈਨਸ਼ਨ ਨਹੀਂ, ਪਰ ਉੱਥੇ ਬੁੱਢਿਆਂ ਨੂੰ ਸਰਕਾਰ ਪਾਲਦੀ ਹੈ, ਸਾਰੀ ਜ਼ਿੰਮੇਵਾਰੀ ਗੌਰਮੈਂਟ ਦੀ ਹੁੰਦੀ ਹੈ ਪਾਲਣ ਦੀ। ਇੱਥੇ ਛੱਡਦੇ ਨੇ, ਚਲੋ ਜੀ ਬੁੱਢੇ ਆਪੇ ਮਰੀ ਜਾਓ ਬਸ। ਜਿਹੜੇ ਪੈਨਸ਼ਨ ਸਰਕਾਰ ਦਿੰਦੀ ਸੀ, ਤਾਂ ਮੈਂ ਸਰਕਾਰ ਪਾਲ ਰਹੀ ਹੈ ਬਜ਼ੁਰਗਾਂ ਨੂੰ।
ਹੁਣ ਸਰਕਾਰ ਨੇ ਪੈਨਸ਼ਨਾਂ ਬੰਦ ਕਰ ਦਿੱਤੀਆਂ ਵੀ ਜੋ ਬੁੱਢੇ ਆਪਣਾ ਰੁਲੀ ਜਾਓ, ਜੋ ਮਰਜ਼ੀ ਕੋਈ ਧੱਕੇ ਖਾਓ। ਬਾਹਰਲੇ ਦੇਸ਼ਾਂ 'ਚ ਪੈਨਸ਼ਨ ਸਰਕਾਰ ਪਾਲਦੀ ਹੈ, ਸਾਰਾ ਖਰਚਾ ਦਿੰਦੀ ਸਰਕਾਰ। ਇਸ ਲਈ ਬੁੱਢੇ ਜਿਉ ਰਹੇ ਨੇ, ਨਹੀਂ ਤਾਂ ਵੀ ਮਰ ਮੁਰ ਜਾਂਦੇ। ਖੈਰ, ਇਹ ਹਉਮੈ ਅੰਦਰ ਹੋਣ ਕਰਕੇ ਸਾਨੂੰ ਪਰਮਾਤਮਾ ਨਾਲ ਜੁੜਨ ਨਹੀਂ ਦਿੰਦੇ। ਨਹੀਂ ਤਾਂ ਪਰਮਾਤਮਾ ਦੇ ਸਭ ਨੂੰ ਰਿਜ਼ਕ ਪਹੁੰਚਾ ਰਿਹਾ ਜਿੱਥੇ ਜਿੱਥੇ ਕੋਈ ਹੈ। ਸਿਸ਼ਟ ਉਪਾਈ ਸਭ ਤੁਧ ਆਪੇ ਰਿਜ਼ਕ ਸੰਭਾਇਆ। ਸਿਸ਼ਟ ਉਪਾਈ ਸਭ ਤੁਧ ਆਪੇ ਰਿਜ਼ਕ ਸੰਭਾਇਆ। ਤੂੰ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਆਪੇ ਹੀ ਸਭ ਤੱਕ ਰਿਜ਼ਕ ਪਹੁੰਚਾਉਂਦਾ ਹੈ, ਖਾਣ ਪੀਣ ਨੂੰ ਪਹੁੰਚਾਉਂਦਾ। ਹਾਂਜੀ, ਸਿਸ਼ਟ ਪਾਈ ਸਭ ਤੁਧ ਆਪੇ, ਆਪੇ ਜਾ ਕੇ ਰੁਕਣਾ। ਤੂੰ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਇੱਥੇ ਜਿਹੜਾ ਆਪੇ ਸ਼ਬਦ ਹੈ ਇਹ ਦੇਹਲੀ ਦੀਪਕ ਹੈ। ਇਹ ਪਹਿਲੇ ਵਾਰੀ ਲੱਗੇਗਾ, ਦੂਜੇ ਲਈ ਜਦ ਅਰਥ ਕਰਨੇ, ਹੇ ਪ੍ਰਮਾਤਮਾ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਆਪ ਹੀ ਰਿਜ਼ਕ ਸੰਭਾਇਆ, ਸਾਰਿਆਂ ਤੱਕ ਰਿਜ਼ਕ ਪਹੁੰਚਾਉਂਦਾ ਹੈ। ਇੱਕ ਵਲ ਛਲ ਕਰਕੇ ਖਾਂਦੇ ਜਿਨ੍ਹਾਂ ਨੂੰ ਇਹ ਗਿਆਨ ਨਹੀਂ ਕਿ ਪਰਮਾਤਮਾ ਮੈਨੂੰ ਪੈਦਾ ਕੀਤਾ, ਮੈਨੂੰ ਰੋਟੀ ਪਾਣੀ ਦੇਵੇਗਾ, ਉਹਨਾਂ ਨੂੰ ਇਸ 'ਤੇ ਵਿਸ਼ਵਾਸ ਨਹੀਂ, ਇਸ ਲਈ ਠੱਗੀਆਂ ਠੋਰੀਆਂ ਕਰਕੇ ਖਾਂਦੇ ਨੇ। ਕੋਈ ਚੋਰੀ ਕਰ ਰਿਹਾ, ਕੋਈ ਡਾਕੇ ਮਾਰ ਰਿਹਾ, ਕੋਈ ਠੱਗੀਆਂ ਕਰ ਰਿਹਾ, ਕੋਈ ਮਿਲਾਵਟਾਂ ਕਰ ਰਿਹਾ, ਕੋਈ ਧੋਖਾਧੜੀ ਕਰ ਰਿਹਾ, ਕੋਈ ਰਿਸ਼ਵਤ ਲੈ। ਵਿਸ਼ਵਾਸ ਹੀ ਨਹੀਂ ਕਿ ਪਰਮਾਤਮਾ ਨੂੰ ਖਾਣ ਨੂੰ ਦੇਵੇਗਾ। ਉਹ ਕਹਿੰਦੇ ਨੇ ਇਸ ਤਰ੍ਹਾਂ ਕਰਕੇ ਸਾਡਾ ਗੁਜ਼ਾਰਾ ਹੋਵੇਗਾ। ਉਹਨਾਂ ਨੇ ਇਸ ਗੱਲ 'ਤੇ ਵਿਸ਼ਵਾਸ ਹੀ ਨਹੀਂ ਹੈ ਕਿ ਪਰਮਾਤਮਾ ਸਾਨੂੰ ਰਿਜ਼ਕ ਪਹੁੰਚਾਏਗਾ। ਉਹ ਆਪਣੇ ਨੂੰ ਠੀਕ ਵੀ ਨੇ, ਕੋਈ ਨਾਮ ਉਹ ਜਪਦੇ ਨਹੀਂ, ਪਰਮਾਤਮਾ ਰੋਟੀ ਭੇਜਣੀ ਨਹੀਂ ਵੀ ਜੋ ਦਫਾ ਹੋ। ਤੁਸੀਂ ਨਾਮ ਨਹੀਂ ਜਪਦੇ, ਆਪਣਾ ਕਮਾ ਲਓ, ਖਾ ਲਓ। ਨਾ ਗਿਆਨ ਹੋਣ ਕਰਕੇ ਲੋਕ ਹਰਾਮ ਦੀ ਕਮਾਈ ਵਾਲੇ ਪਾਸੇ ਲੱਗੇ ਹੋਏ ਹਨ। ਇੱਕ ਬਣੇ ਕਈ, ਜਦੋਂ ਕੱਕੇ ਨੂੰ ਸਿਹਾਰੀ ਲੱਗ ਜਾਏ ਬਹੁਵਚਨ ਹੋ ਜਾਂਦਾ। ਇੱਕ ਵਾਲ ਛਲ ਕਰਕੇ ਖਾਂਦੇ, ਇੱਕ ਠੱਗੀਆਂ ਠੋਰੀਆਂ ਕਰਕੇ ਖਾ ਰਹੇ ਹਨ। ਮੂੰਹ ਕੂੜ ਕੁਸੱਤ ਤਿੰਨ ਹੀ ਢਾਇਆ, ਅਤੇ ਮੂੰਹ ਤੋਂ ਝੂਠ ਬੋਲਦੇ ਨੇ। ਕੂੜ ਕੁਸੱਤ ਝੂਠ, ਢਾਇਆ ਮੈਨੇ ਬੋਲਦੇ ਨੇ, ਝੂਠ ਬੋਲ ਬੋਲ ਕੇ ਠੱਗੀਆਂ ਠੋਰੀਆਂ ਕਰਕੇ ਖਾ ਰਹੇ ਹਨ। ਕਈ ਝੂਠ ਬੋਲ ਕੇ ਮੰਗੀ ਜਾਂਦੇ। ਮੇਰਾ ਮੁੰਡਾ ਜੀ ਗੁਰਦੁਆਰੇ ਲੱਗਾ ਸੀ ਜੀ, ਉੱਥੇ ਸੁਲਤਾਨਪੁਰ ਲੋਧੀ। ਉਹ ਕਿੰਨੇ ਮਹੀਨੇ ਉਹਨੂੰ ਕੋਈ ਉੱਥੇ ਪਾਠ ਨਹੀਂ ਕੋਈ ਹੋ ਰਿਹਾ। ਮੈਂ ਕਿਹਾ ਝੂਠ ਬੋਲਦੇ ਹੋ ਜੀ। ਮੈਂ ਅਜੇ 15 ਦਿਨ ਸੁਲਤਾਨਪੁਰ ਲੋਧੀ ਜਾ ਕੇ ਆਇਆ। ਗ੍ਰੰਥੀ ਉੱਥੇ ਦੂਜੇ ਮੈਨੂੰ ਮਿਲੇ ਰਹੇ ਸੀ, ਜਿਹੜਾ ਆਪੇ ਗੱਲਬਾਤ, ਸਾਰੇ ਪਾਠ ਹੋ ਰਹੇ ਸਨ। ਕੌਣ ਕਹਿੰਦੇ ਨਹੀਂ ਹੋ ਰਹੇ ਗੁਰਦੁਆਰੇ ਪਾਠ? ਕੀ ਜਿਹੜਾ ਦੂਸਰਾ ਅਖੰਡ ਪਾਠ ਨਹੀਂ ਹੋ ਰਹੇ ਨੇ? ਬਸ ਝੂਠ ਬੋਲ ਕੇ ਮੰਗਣਾ। ਹਾਂਜੀ, ਵਲ ਛਲ ਕਰਕੇ ਝੂਠ ਬੋਲ ਬੋਲ ਕੇ ਖਾ ਪੀ ਰਹੇ ਨੇ। ਤੁਧ ਆਪੇ ਭਾਵੈ ਸੋ ਕਰੇ, ਤੁਧ ਉਤੇ ਕੰਮ ਉਹ ਲਾਇਆ। ਪਰ ਜੋ ਤੈਨੂੰ ਚੰਗਾ ਲੱਗਦਾ ਤੂੰ ਉਵੇਂ ਹੀ ਕਰਦਾ ਹੈ। ਉਹਨਾਂ ਨੇ ਇਸ ਕੰਮ ਤੂੰ ਹੀ ਕਦੇ ਲਾਇਆ? ਠੱਗੀਆਂ ਠੋਰੀਆਂ 'ਚ ਤੈਂ ਹੀ ਲਾਇਆ, ਕਿਉਂਕਿ ਤੇਰੇ ਹੁਕਮ ਤੋਂ ਬਾਹਰ ਤਾਂ ਕੋਈ ਹੈ ਨਹੀਂ। ਹੁਕਮੇ ਅੰਦਰ ਸਭ ਕੋ, ਜੋ ਕੁਛ ਵੀ ਹੋ ਰਿਹਾ ਹੈ ਹੇ ਪ੍ਰਭੂ ਤੇਰੇ ਹੁਕਮ 'ਚ ਹੋ ਰਿਹਾ। ਇਸ ਲਈ ਜੇ ਕੋਈ ਚੋਰੀ ਕਰ ਰਿਹਾ, ਡਾਕੇ ਮਾਰਿਆ, ਠੱਗੀ ਕਰ, ਤੇਰੇ ਹੁਕਮ 'ਚ ਹੈ ਉਹ। ਜਿੱਤ ਜਿੱਤ ਲਾਵੋ ਤਿੱਤ ਲੱਗਣਾ। ਕਿਸੇ ਨੇ ਚੋਰੀਆਂ ਵਾਲੇ ਪਾਸੇ ਲਾਤਾ ਵੀ ਇਹ ਚੋਰੀ ਕਰਨ ਦੇ ਫਿੱਟ ਹੈ, ਇਹਨੂੰ ਇਸ ਪਾਸੇ ਲਾ ਦਿਓ। ਇਹ ਡਾਕੇ ਮਾਰਨ ਦੇ ਯੋਗ ਹੈ, ਇਹਨੂੰ ਡਾਕੂ ਬਣਾ ਦਿਓ। ਹਰ ਇੱਕ ਨਹੀਂ ਕਰ ਸਕਦਾ। ਮੇਰੇ ਵਰਗਾ ਥੋੜ੍ਹੇ ਡਾਕੇ ਮਾਰ ਲੇਗਾ। ਇਸ ਲਈ ਪਰਮਾਤਮਾ ਮੈਨੂੰ ਪਾਰਟ ਹੀ ਨਹੀਂ ਦਿੱਤਾ। ਮੈਨੂੰ ਇਸ ਗੱਲ 'ਤੇ ਹੋਰ ਵੀ ਵਿਸ਼ਵਾਸ ਗਿਆ ਜਦੋਂ ਮੈਂ ਸਵਾਮੀ ਰਾਮ ਜੀ ਦੀ ਕਿਤਾਬ ਪੜ੍ਹੀ, ਹਿਮਾਲੀਅਨ ਸੰਤਾਂ ਦੇ ਸੰਗ। ਉਹ ਕਹਿੰਦੇ ਵੀ ਮੈਂ ਅਤੇ ਮੇਰਾ ਗੁਰੂ ਪਹਾੜਾਂ 'ਤੇ ਰਹਿੰਦੇ ਸੀ। ਉਹ ਸਵਾਮੀ ਕਹਿੰਦੇ ਗੁਰੂ ਕਹਿੰਦੇ 1945 ਸਨ ਸੀ। ਅਤੇ ਮੈਂਨੇ ਕਿਹਾ ਵੀ ਸਵਾਮੀ ਜੀ ਸਾਰਾ ਹਿੰਦੁਸਤਾਨ ਆਜ਼ਾਦੀ ਮੰਗ ਰਿਹਾ ਹੈ, ਮੈਨੂੰ ਵੀ ਆਗਿਆ ਦਿਓ, ਮੈਂ ਵੀ ਆਪਣਾ ਹਿੱਸਾ ਪਾਵਾਂ ਜਾ ਕੇ। ਕਹਿੰਦੇ ਰਾਮ, ਜਿਨ੍ਹਾਂ ਦੀ ਪਰਮਾਤਮਾ ਨੇ ਡਿਊਟੀ ਲਾਈ ਹੋਈ ਨਾ ਆਜ਼ਾਦੀ ਮੰਗਣ ਦੀ, ਉਹ ਮੰਗ ਰਹੇ ਨੇ। ਤੇਰੀ ਡਿਊਟੀ ਤਾਂ ਰਾਮ ਰਾਮ ਕਰਨ 'ਤੇ ਕਰਵਾਉਣ ਦੀ ਹੈ। ਤੇਰੀ ਇਹੀ ਡਿਊਟੀ ਹੈ।
ਜਿਨ੍ਹਾਂ ਦੀ ਡਿਊਟੀ ਪਰਮਾਤਮਾ ਨੇ ਆਜ਼ਾਦੀ ਮੰਗ ਲੈ ਉਹ ਮੰਗ ਰਹੇ ਨੇ। ਬਾਕੀ ਦੇਸ਼ 'ਤੇ ਕਹਿੰਦੇ 15 ਅਗਸਤ 1947 ਨੂੰ ਆਜ਼ਾਦ ਹੋ ਹੀ ਜਾਣਾ। 2 ਸਾਲ ਪਹਿਲੇ ਹੀ ਕਹਿ ਤਾ ਕਿ ਦੇਸ਼ ਦੇ 15 ਅਗਸਤ 1947 ਨੂੰ ਆਜ਼ਾਦ ਹੋ ਜਾਣਾ। ਉਹੀ ਕਹਿੰਦੇ ਗੱਲ ਹੋਈ। ਪਹਾੜਾਂ 'ਚ ਨਾ ਕੋਈ ਸਾਲ ਦਾ ਪਤਾ ਲੱਗਦਾ, ਮਹੀਨਿਆਂ ਨਾਲ ਦਿਨਾਂ ਦਾ। ਜੇ ਮੈਂ ਰਿਟਾਇਰ ਹੋ ਕੇ ਮੈਨੂੰ ਕਈ ਵਾਰੀ ਯਾਦ ਨਹੀਂ ਅੱਜ ਕਿਹੜਾ ਦਿਨ ਹੈ, ਫਿਰ ਆਪਣਾ ਵੇਖੀਦਾ ਮੋਬਾਈਲ 'ਤੇ ਕਿਹੜਾ ਦਿਨ ਹੈ। ਕਿਉਂ? ਜੇ ਡਿਊਟੀ 'ਤੇ ਜਾਣਾ ਫਿਰ ਤਾਂ ਯਾਦ ਰਹੇ ਕਿ ਭੁੱਲ ਭੁਲਾ। ਅਚਾਨਕ ਕਹਿੰਦੇ ਕੁਝ ਸਾਲਾਂ ਬਾਅਦ ਮੈਨੂੰ ਹੇਠਾਂ ਸ਼ਹਿਰ 'ਚ ਲੋੜ ਸੀ ਕਿਸੇ ਕੰਮ ਦੀ। ਮੈਂ ਪਹਾੜ ਤੋਂ ਹੇਠਾਂ ਉਤਰਿਆ, ਇੱਕ ਬੰਦਾ ਪਹਾੜ 'ਤੇ ਚੜ੍ਹ ਰਿਹਾ। ਮੈਂ ਉਹਨੂੰ ਪੁੱਛਿਆ ਬਈ ਕਿਹੜਾ ਸਨ ਹੈ? ਕਹੇ ਜੀ 1947। ਮੈਂ ਕਿਹਾ ਵੀ ਕਿਹੜਾ ਮਹੀਨਾ ਹੈ? ਕਹਿੰਦਾ ਅਗਸਤ। ਮੈਂ ਕਿੰਨੀ ਤਰੀਕ ਹੈ? ਕਹਿੰਦਾ 16 ਅਗਸਤ। ਮੈਂ ਕਿਹਾ ਦੇਸ਼ ਆਜ਼ਾਦ ਹੋ ਗਿਆ? ਹਾਂ, ਕਹਿੰਦੇ ਕੱਲ੍ਹ ਹੋ ਗਿਆ। ਜੋ ਹੁਣ ਹੈ ਉਹ ਤਾਂ ਪਹਿਲਾਂ ਹੀ ਸਭ ਕੁਝ ਲਿਖਿਆ ਹੋਇਆ ਹੈ। ਇਹ ਜੱਟਾਂ ਦੀ ਗੱਲ ਮੰਨੀ ਜਾਣੀ ਹੈ ਕਿ ਨਹੀਂ ਮੰਨੀ ਜਾਣੀ, ਇਹ ਤਾਂ ਪਹਿਲਾਂ ਹੀ ਲਿਖੀ ਹੋਈ ਹੈ। ਇਹ ਤਾਂ ਪਹਿਲਾਂ ਹੀ ਲਿਖੀ ਹੋਈ ਹੈ। ਜਿਵੇਂ ਲਿਖੀ ਹੈ ਉਵੇਂ ਹੀ ਹੋਣਾ, ਉਵੇਂ ਹੀ ਹੋਣਾ। ਸਾਡੀ ਤੁਹਾਡੀ ਸਭ ਦੀ ਜ਼ਿੰਦਗੀ ਪਹਿਲਾਂ ਹੀ ਲਿਖੀ ਹੋਈ ਹੈ। ਜੋ ਹੋਣੇ ਉਹ ਹੋ ਕੇ ਹੀ ਰਹਿਣਾ। ਬਸ ਆਪਣੀ ਆਪਣੀ ਡਿਊਟੀ ਲੱਗੇ। ਫਿਰ ਮੈਨੂੰ ਸਮਝ ਆ ਗਿਆ ਵੀ ਤੇਰੀ ਡਿਊਟੀ ਇਹ ਡਾਕੇ ਡੂਕੇ ਮਾਰਨ ਵਾਲਾ ਰੱਬ ਨੇ ਲਾਈ ਨਹੀਂ, ਇਸ ਲਈ ਤੇਰਾ ਉਹੋ ਜਿਹਾ ਸੁਭਾਅ ਨਹੀਂ। ਪੀਣ ਨਹੀਂ ਤੈਨੂੰ ਨਹੀਂ ਲਾਇਆ ਵੀ ਤੂੰ ਇਸ ਪਾਸੇ ਲੱਗ ਕੇ ਨਹੀਂ ਤੈਂ ਨਹੀਂ ਪੀਣੀ। ਚੰਗਾ ਜੀ, ਜਿਹਨਾਂ ਨੂੰ ਲਾਇਆ ਹੋਇਆ ਠੇਕੇ ਠੁਕੇ ਬੈਠੇ ਨੇ। ਸੋ ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ। ਤਾਂ ਗੁਰੂ ਮਹਾਰਾਜ ਕਹਿੰਦੇ ਤੁਧ ਆਪੇ ਭਾਵੈ ਸੋ ਕਰੈ। ਹੇ ਪਰਮਾਤਮਾ, ਜੋ ਤੈਨੂੰ ਚੰਗਾ ਲੱਗਦਾ ਤੂੰ ਉਹੀ ਕਰਦਾ ਹੈ। ਤੁਧ ਉਤੇ ਕੰਮ ਉਹੇ ਲਾਇਆ, ਤੂੰ ਉਹਨਾਂ ਕੰਮਾਂ 'ਚ ਉਹਨਾਂ ਨੂੰ ਲਾ ਰੱਖਿਆ ਹੈ। ਇੱਕ ਨਾ ਸੱਚ ਬੁਝਾਇਨ, ਇੱਕ ਨਾਲ ਤਾਂ ਪਰਮਾਤਮਾ ਦੀ ਸੋਝੀ ਦੇਤੀ। ਸੱਚ ਪਰਮਾਤਮਾ ਬੁਝਾਇਨ ਸੋਝੀ ਦੇਤੀ ਹੈ। ਤੇ ਨਾ ਅਟੁੱਟ ਭੰਡਾਰ ਦਿਵਾਇਆ, ਉਹਨਾਂ ਨੂੰ ਪਰਮਾਤਮਾ ਨੇ ਨਾਮ ਦਾ ਅਟੁੱਟ ਖਜ਼ਾਨਾ ਬਖਸ਼ਦਾ। ਉਹਨਾਂ ਕੋਲ ਨਾਮ ਦਾ ਖਜ਼ਾਨਾ ਭੰਡਾਰ ਹੈ, ਉਹਨਾਂ ਕੋਲ ਜਿਹੜਾ ਕਦੇ ਮੁੱਕਦਾ ਹੀ ਨਹੀਂ ਹੈ। ਹਰ ਚੇਤ ਖਾਹੇ ਤੇ ਨਾ ਸਫਲ ਹੈ। ਜਿਹੜੇ ਪਰਮਾਤਮਾ ਨੂੰ ਯਾਦ ਕਰਕੇ ਰੋਟੀ ਪਾਣੀ ਖਾਂਦੇ ਹਨ ਉਹਨਾਂ ਦਾ ਜੀਵਨ ਸਫਲ ਹੈ। ਅਚੇਤਾਂ ਹੱਥ ਤੜਾਇਆ, ਪਰ ਜਿਹੜੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਉਹ ਲੋਕਾਂ ਅੱਗੇ ਹੱਥ ਅੜਦੇ ਫਿਰਦੇ ਨੇ। ਹੱਥ ਤੜਾਇਆ, ਹੱਥ ਅੜਨਾ, ਉਹ ਲੋਕਾਂ ਅੱਗੇ ਹੱਥ ਅੜਦੇ ਫਿਰਦੇ ਹਨ। ਸੋ ਸਤਿਕਾਰਯੋਗ ਸਾਧ ਸੰਗਤ, ਪਰਮਾਤਮਾ ਦਾ ਨਾਮ ਜਪਦੇ ਰਹਿਣਾ, ਫਿਰ ਪਰਮਾਤਮਾ ਨੂੰ ਸਾਡਾ ਫਿਕਰ ਹੋ ਜਾਏਗਾ। ਜੇ ਅਸੀਂ ਨਾਮ ਨਹੀਂ ਜਪਾਂਗੇ ਸਾਨੂੰ ਤਾਂ ਆਪਣਾ ਵੀ ਅਤੇ ਆਪਣੇ ਬੱਚਿਆਂ ਦਾ ਵੀ ਫਿਕਰ ਰਹੇਗਾ। ਜੇ ਪਰਮਾਤਮਾ ਦਾ ਨਾਮ ਜਪਦੇ ਰਹਾਂਗੇ ਪਰਮਾਤਮਾ ਸਾਨੂੰ ਵੀ ਅਤੇ ਸਾਡੇ ਬੱਚਿਆਂ ਨੂੰ ਵੀ ਪਾਲੇਗਾ, ਉਹਨਾਂ ਨੂੰ ਸਿੱਧੇ ਰਾਹ ਪਾਈ ਰੱਖੇਗਾ। ਉਹ ਪੜ੍ਹ ਪੁੜ ਜਾਣਗੇ, ਆਪੇ ਕਮਾਉਣ ਲੱਗ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।